ਬਿਕਸਾ ਹਿੰਦੂਸ। ਸਾਡਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਵਚਨ ਫਿਰ ਫੋਕਾ ਹੀ ਹੈ ਤੇ ਸਾਡੇ ਕੌਮ ਦਾ ਨਸਲ ਖੁਸ਼ੀ ਹੁੰਦੀ ਹੈਗੀ ਹੈ। ਰਾਜਨਾਥ ਸਿੰਘ ਨੇ ਹੋਮ ਮਿਨਿਸਟਰ ਹੁੰਦੇ 2014 ਚ ਕਿਹਾ ਸੀਗਾ ਕਿ ਸਿੱਖਾਂ ਦਾ ਕਤਲੇਆਮ ਹੋਇਆ, ਜੈਨੋਸਾਈਡ ਹੋਈ ਹੈ, ਕਿ ਜਿਹਦੇ ਗਲੇ 'ਚ ਖ ਖ ਵੀ ਨਿਕਲਦੀ ਆ ਉਹਦਾ ਗਲਾ ਬੰਦ ਘੁੱਟ ਕੇ ਬੰਦ ਕਰੋ। ਹਾਂ, ਸਾਨੂੰ ਦਬਾਇਆ ਗਿਆ, ਕੁਚਲਾਇਆ ਗਿਆ, ਸਾਨੂੰ ਮਾਰਿਆ ਗਿਆ, ਐਕਸਟਰਾ ਜੁਡੀਸ਼ੀਅਲ ਕਿਲਿੰਗ ਕੀਤੀ ਹੈਗੀ ਹੈ ਤੇ ਸਾਨੂੰ ਰਿਪਰੈਸ ਕਰਕੇ ਓਪਰੈਸ ਕਰਕੇ ਦੱਬ ਕੇ ਇਹਨਾਂ ਨੇ ਰੱਖਿਆ ਜ਼ਰੂਰ ਹੈਗਾ। ਹਰੇਕ ਪੱਖੋਂ ਸਾਡੇ ਹਿਊਮਨ ਰਾਈਟਸ ਦੇ ਉੱਤੇ ਨਵੇਂ ਕਾਨੂੰਨ ਪਾ ਕੇ ਸਾਨੂੰ ਕਦੀ ਨੀਆਂ, ਕਦੀ ਈਡੀ, ਕਦੀ ਕੁਛ ਦੇ ਅਧੀਨ ਸਾਨੂੰ ਨੱਪ ਕੇ ਰੱਖਣ ਦਾ ਯਤਨ ਕਰਦਾ ਹੈ ਤੇ ਇਹ ਗੁਲਾਮੀ ਦਾ ਜੀਵਨ ਹੈ। ਅੱਜ ਵੀ ਕਿਤੇ ਵੀ ਖਾਲਿਸਤਾਨ ਦਾ ਨਾਰਾ ਲੱਗਦਾ ਹੈ, ਖਾਲਿਸਤਾਨ ਦੀ ਗੱਲ ਹੁੰਦੀ ਹੈ ਤੇ ਲੋਕਾਂ ਵਿੱਚ ਉਹੀ ਡਰ ਫੇਰ ਆਉਂਦਾ ਹੈ। ਲੋਕ ਅੱਜ ਵੀ ਉਸੇ ਡਰ ਤੋਂ ਕਹਿੰਦੇ ਆ ਕਿ ਸਾਡੇ ਅੱਜ ਵੀ ਨੌਜਵਾਨ ਪੁੱਤ ਮਾਰੇ ਜਾਣਗੇ। ਇਹ ਤੁਹਾਡੀ ਗੱਲ ਸੱਚੀ ਹੈ। ਆਮ ਲੋਕਾਂ ਦੇ ਸਵਾਲ ਹੁੰਦੇ ਆ, ਜਿਹੜੇ ਆਮ ਬੀਬੀਆਂ ਹੁੰਦੀਆਂ ਜਿਨ੍ਹਾਂ ਨੂੰ ਆਪਣੇ ਪੁੱਤਾਂ ਦੀ ਨੌਕਰੀ ਦਾ ਫਿਕਰ ਹੁੰਦਾ ਹੈ ਤੇ ਉਹਨਾਂ ਦੇ ਮਨਾਂ 'ਚ ਇਹ ਸਵਾਲ ਉੱਠਦੇ ਹੁੰਦੇ ਆ ਕਿ ਜੇ ਪੰਜਾਬ ਦੇ ਸਰਕਮਸਟੈਂਸਿਸ ਕਿਸੇ ਵੀ ਤਰੀਕੇ ਇਹਨਾਂ ਪੜਾਵਾਂ ਤੇ ਪਹੁੰਚਦੇ ਆ ਤੇ ਕੀ ਨਤੀਜਾ ਹੋਊਗਾ। ਪੰਜਾਬ ਨੂੰ ਇੱਕ ਖੁਸ਼ਹਾਲ ਇਲਾਕਾ ਬਣਾਉਣ ਤੇ ਸੈਂਟਰ ਹਮੇਸ਼ਾ ਕੋਈ ਨਾ ਕੋਈ ਵਿਘਨ ਪਾ ਦਿੰਦੀ ਹੈ। ਕਿੱਥੇ ਸੀਗੇ ਜਦ ਸਿੱਖਾਂ ਨੂੰ ਕਤਲੇਆਮ ਕੀਤਾ? Where was the justice? Where was India? ਚੁੱਲ੍ਹਿਆਂ 'ਚ ਘਾਹ ਉੱਗ ਗਿਆ ਤੇ ਲੋਕਾਂ ਨੂੰ ਇਨਸਾਫ ਮੰਗਦਿਆਂ ਤੇ ਲੜਦਿਆਂ ਉਮਰਾਂ ਬੀਤ ਗਈਆਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬ ਟੂਡੇ ਦੇ ਇਸ ਪ੍ਰੋਗਰਾਮ ਦੇ ਵਿੱਚ। ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨੇ ਪੰਜਾਬ ਦੇ ਰਾਜਨੇਤਾ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਚੋਣਾਂ ਲੜੀਆਂ ਨੇ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਾਫੀ ਸਰਗਰਮ ਨੇ ਪਿਛਲੇ ਕਈ ਸਾਲਾਂ ਤੋਂ। ਇਮਾਨ ਸਿੰਘ ਮਾਨ ਜੀ, ਸਤਿ ਸ਼੍ਰੀ ਅਕਾਲ ਸਰ। ਖਾਲਸਾ ਵਾਹਿ ਫਤਿਹ। ਇਮਾਨ ਸਿੰਘ ਜੀ, ਪੰਜਾਬ ਦੇ ਕਿਹੜੇ ਮਸਲੇ ਚੱਲ ਰਹੇ ਨੇ? ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਕਿਹੜੇ ਰਾਹ 'ਤੇ ਜਾ ਰਿਹਾ ਤੇ ਕਿਹੜੇ ਰਾਹ 'ਤੇ ਜਾਣਾ ਚਾਹੀਦਾ? ਮੇਰਾ ਖਿਆਲ ਪੰਜਾਬ ਸੈਂਟਰ ਦੀ ਨਿਗਾਹ 'ਚ ਹਮੇਸ਼ਾ ਇੱਕ ਸਟੇਟ ਦਬਾਉਣ ਵਾਸਤੇ ਰਿਹਾ ਹੈ। ਇਹਦੇ ਵਿੱਚ ਅੱਜ ਦੇ ਦੇਖੋ ਸਾਡੀਆਂ ਜਿਹੜੀਆਂ ਡੈਮੋਕ੍ਰੈਟਿਕ ਰਾਈਟਸ ਹੈ, ਜਿਵੇਂ SGPC ਦੇ ਚੋਣ 5 ਸਾਲ ਬਾਅਦ ਹੋਣੇ, ਉਹਦੇ 11 ਸਾਲ ਲੰਘਾਤੇ। ਲੋਕਲ ਬੋਡੀ ਸਾਡੀਆਂ ਗੁਰਦੁਆਰੇ ਦੀਆਂ, ਉਹਦੇ ਵਿੱਚ 17 ਸਾਲ ਦਾ ਫਰਕ ਰਹਿ ਗਿਆ ਹੈਗਾ। ਬਾਰ-ਬਾਰ ਚੋਣ ਆਉਂਦੇ ਹੈਗੇ ਆ ਹਿੰਦੂਤਵਾ ਦੇ ਏਜੰਡੇ ਅਧੀਨ। ਇਹਨਾਂ ਨੇ ਹਮਲਾਕਾਰ ਪਾਕਿਸਤਾਨ ਦੇ ਉੱਤੇ ਹੋ ਜਾਣਾ ਕਿ ਮੁਸਲਮਾਨ ਸਟੇਟ ਹੈ ਤੇ ਇਹਨਾਂ ਨਾਲ ਲੜਾਈ ਛੇੜਨੀ ਹੈ। ਕਦੀ ਜਾ ਕੇ ਉੱਥੇ ਪਲੇਨਾਂ ਨਾਲ ਹਮਲੇ ਕਰ ਦਿੰਦੇ ਆ, ਕਦੀ ਬ੍ਰਹਮਸ ਮਿਸਾਈਲ ਉੱਥੇ ਸੁੱਟ ਦਿੰਦੇ ਆ। ਸਰਹੱਦ ਸਾਡੀ ਉਰੇ ਪੰਜਾਬ ਦੇ ਵਿੱਚ ਹੈ, ਸਾਰੀਆਂ ਜੰਗਾਂ ਉਰੇ ਲੜੀਆਂ ਜਾਂਦੀਆਂ। ਟੈਕਟੀਕਲ ਨਿਊਕਲੀਅਰ ਮਿਸਾਈਲ ਪਾਕਿਸਤਾਨ ਕੋਲੇ ਹੈਗੇ ਆ। ਨਿਊਕਲੀਅਰ ਵਾਰ ਹੋ ਜੇ, ਦਿੱਲੀ ਇਸਲਾਮਾਬਾਦ 'ਤੇ ਗੋਲਾਬਾਜੀ ਕਰਦੇ, ਇਸਲਾਮਾਬਾਦ ਦਿੱਲੀ 'ਤੇ ਕਰਦੇ, ਵਿਚਕਾਰ ਪੰਜਾਬ ਬੈਠਾ ਹੈ ਅਤੇ ਸਾਡੇ ਕੌਮ ਦਾ ਨਸਲ ਖੁਸ਼ੀ ਹੁੰਦੀ ਹੈਗੀ ਹੈ। ਸਾਡੀ ਟਰੇਡ ਜਿਹੜੀ ਪਾਕਿਸਤਾਨ ਨਾਲ ਪਾਰਟੀਸ਼ਨ ਤੋਂ ਪਹਿਲਾਂ 70% ਇੱਕ ਦੂਜੇ ਪੰਜਾਬ ਦੇ ਵਿੱਚ ਹੁੰਦੀ ਸੀਗੀ। ਸਾਡੇ ਮਾਰਕੀਟ ਅਫਗਾਨਿਸਤਾਨ, ਅੱਗੇ ਸੈਂਟਰਲ ਏਸ਼ੀਆ 'ਚ ਹੁੰਦੇ ਸੀ, ਉਹ ਸਾਰੇ ਇਸ ਸਟੇਟ ਨੇ ਖ਼ਤਮ ਕਰਤੇ। ਸਾਡਾ ਟੋਟਲ ਬਿਜ਼ਨਸ ਐਟਮੋਸਫੀਅਰ ਖ਼ਤਮ ਕਰਤਾ ਹੈਗਾ, ਆਵਾਜਾਈ ਰੋਕੀ ਹੋਈ ਹੈ। ਸਾਡੇ ਧਾਰਮਿਕ ਸਥਾਨ ਉੱਥੇ ਵਿਛੋੜੇ ਹੋਏ ਹੈਗੇ ਹੈ। ਸੋ ਸਾਡੀ ਇਕੋਨਮੀ ਇਹਨਾਂ ਨੇ ਇੱਦਾਂ ਰੂਨ ਕਰ ਦਿੱਤੀ ਹੈਗੀ ਹੈ। ਜੇ ਉੱਥੋਂ ਸੀਮੈਂਟ ਵਧੀਆ ਅਤੇ ਸਸਤਾ ਉਰੇ ਮਿਲਦਾ ਹੈਗਾ, ਸਾਡੇ ਗਰੀਬਾਂ ਨੂੰ ਅੱਜ ਰੇਤਾ ਬਜਰੀ ਦੇ ਭਾਅ ਨੇ ਮਾਰਿਆ ਹੋਇਆ, ਸੀਮੈਂਟ ਦੇ ਭਾਅ ਨੇ ਮਾਰਿਆ ਹੋਇਆ ਅਤੇ ਇਹ ਸਟੇਟ ਨੇ ਉਹ ਖ਼ਤਮ ਕਰਤਾ ਹੈਗਾ। ਕਦੀ ਡੀਮੋਨੇਟਾਈਜੇਸ਼ਨ ਕਰਕੇ ਸਾਡੀ ਜਿਹੜੀ ਇਕੋਨਮੀ ਹੈ ਖ਼ਤਮ ਕਰ ਰਹੇ ਹੈਗੇ ਆ, ਕਦੀ ਜਾ ਕੇ ਇਹਨਾਂ ਨੇ ਕੋਈ ਵਿਵਾਦ ਛੇੜ ਦੇਣਾ ਹੈਗਾ ਜਿਹਦੇ ਨਾਲ ਵਿਤਕਰਾ ਕਰਨਾ। ਅਤੇ ਹੁਣ ਜਿਹੜਾ ਸਾਡਾ ਪੰਜਾਬ ਦਾ ਪਾਣੀ ਹੈ ਉਹਦੇ ਉੱਤੇ ਦਿੱਲੀ ਦੀ ਅੱਖ ਹੈ, ਚਾਹੇ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਏ, ਚਾਹੇ ਕਾਂਗਰਸ ਦੀ ਹੋਏ, ਚਾਹੇ BJP ਦੀ ਹੋਏ। ਉਹਨਾਂ ਨੇ ਪੰਜਾਬ ਦੇ ਪਾਣੀ ਉਰਿਓਂ ਕੱਢ ਕੇ ਹੋਰ ਸਟੇਟਾਂ ਨੂੰ ਦੇਣ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ ਔਰ ਸਫਲ ਵੀ ਰਹੇ ਹੈ। ਜਿਵੇਂ ਕਿ ਰਾਜਸਥਾਨ ਨੂੰ ਸਾਡੀਆਂ ਨਦੀਆਂ ਬਹਿ ਰਹੀਆਂ, ਦਿੱਲੀ ਨੂੰ ਬਹਿ ਰਹੀਆਂ, ਹਰਿਆਣੇ ਨੂੰ ਬਹਿ ਰਹੀਆਂ ਹੈਗੀਆਂ। ਸੋ ਪੰਜਾਬ ਨੂੰ ਇਹਨਾਂ ਨੇ ਜੈ ਜਵਾਨ ਕਹਿ ਕੇ ਸਾਡੀ ਖੇਤੀਬਾੜੀ ਬਿਲਕੁਲ ਖ਼ਤਮ ਕਰਤੀ ਹੈਗੀ ਹੈ। ਪਿਛਲੇ ਸਮੇਂ 'ਚ ਸਾਨੂੰ ਬਾਰਡਰਾਂ 'ਤੇ ਜਾ ਕੇ ਦਿੱਲੀ ਦੇ ਬੈਠ ਕੇ ਕਿਸਾਨਾਂ ਦੇ ਪੱਖ ਦੇ ਵਿੱਚ ਉੱਥੇ ਸਾਲ ਡੇਢ ਸਾਲ ਸਾਡਾ ਗਵਾਤਾ ਹੈਗਾ। ਫਿਰ ਜਵਾਨ ਜੇ ਕਹਿੰਦੇ ਹੈਗੇ ਆ ਸਾਨੂੰ ਸਰਹੱਦਾਂ 'ਤੇ ਚੀਨਾਂ 'ਤੇ ਬੈਠ ਕੇ ਉੱਥੇ ਗੋਲਾਬਾਜੀ ਸਹਿਣੀ ਪੈਂਦੀ ਹੈਗੀ ਹੈ। ਜਿਹੜੇ ਬਾਰਡਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੇ ਇਸ ਦੇਸ਼ ਨੂੰ ਸੌਂਪੇ ਸੀਗੇ, ਉਹ ਸੰਭਾਲ ਨਹੀਂ ਸਕਦੇ, ਉੱਥੇ ਟੈਰੀਟਰੀਆਂ ਗਵਾ ਰਹੇ ਹੈਗੇ ਆ। ਸੋ ਜਿਹੜਾ ਦਿੱਲੀ ਦਾ ਵਿਤਕਰਾ ਪੰਜਾਬ ਨਾਲ ਚੱਲ ਰਿਹਾ ਉਹ ਮੇਰਾ ਖਿਆਲ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ। ਚਾਹੇ 1984 'ਚ ਸਿੱਖਾਂ ਦਾ ਕਤਲੇਆਮ ਜਿਵੇਂ ਰਾਜਨਾਥ ਸਿੰਘ ਨੇ
ਹੋਮ ਮਿਨਿਸਟਰ ਹੁੰਦੇ 2014 'ਚ ਕਿਹਾ ਸੀਗਾ ਕਿ ਸਿੱਖਾਂ ਦਾ ਕਤਲੇਆਮ ਹੋਇਆ, ਜੈਨੋਸਾਈਡ ਹੋਈ ਹੈ। ਇਹ ਕਦੀ ਸਾਡੇ ਉੱਤੇ ਡਿਸਟਰਬਡ ਏਰੀਆ ਐਕਟ ਲਾ ਦਿੰਦੇ ਆ, ਕਦੀ ਟਾਡਾ ਦਾ ਲਾ ਦਿੰਦੇ ਆ, ਕਦੀ ਯੂਆਪਾ ਸਾਡੇ ਉੱਤੇ ਠੋਕ ਦਿੰਦੇ ਹੈਗੇ ਆ। ਅਤੇ ਡੇਲੀ ਸਾਨੂੰ ਕਿਸੇ ਨਾ ਕਿਸੇ ਵਿਤਕਰੇ 'ਚ ਪਾਈ ਰੱਖਦੇ ਆ। ਹੁਣ ਬਹੁਤ ਸਾਰੇ ਪੰਜਾਬੀ ਜਾ ਕੇ ਕੈਨੇਡਾ ਰਹਿੰਦੇ ਆ, ਹੁਣ ਕੈਨੇਡਾ ਨਾਲ ਲੜਾਈਆਂ ਛਿੜੀਆਂ ਹੋਈਆਂ ਹੈਗੀਆਂ, ਉਹਨਾਂ ਦਾ ਜੇ ਪ੍ਰਧਾਨ ਮੰਤਰੀ ਆਉਂਦਾ ਹੈਗਾ ਉਹਦਾ ਬੇਇੱਜ਼ਤ ਕਰ ਦਿੰਦੇ ਹੈਗੇ ਆ। ਅਤੇ ਮਤਲਬ ਪੰਜਾਬ ਨੂੰ ਇੱਕ ਖੁਸ਼ਹਾਲ ਇਲਾਕਾ ਬਣਾਉਣ 'ਤੇ ਸੈਂਟਰ ਹਮੇਸ਼ਾ ਕੋਈ ਨਾ ਕੋਈ ਵਿਘਨ ਪਾ ਦਿੰਦੀ ਹੈ। ਤੁਹਾਡੀ ਪਾਰਟੀ ਦਾ ਹਮੇਸ਼ਾ ਏਜੰਡਾ ਰਿਹਾ ਕਿ ਅਸੀਂ ਸਵਰੈਨਟੀ ਚਾਹੁੰਦੇ ਹਾਂ, ਖੁਦ ਮੁਖਤਿਆਰੀ ਚਾਹੁੰਦੇ ਹਾਂ, ਅਤੇ ਖਾਲਿਸਤਾਨ ਦੀ ਮੰਗ ਕੀਤੀ ਜਾਂਦੀ ਹੈ, ਜਿਹੜੀ ਸੰਵਿਧਾਨਕ ਤੌਰ 'ਤੇ ਮੰਗ ਕੀਤੀ ਜਾਂਦੀ ਹੈ। ਭਾਰਤ ਦਾ ਫੈਡਰਲ ਸਟਰਕਚਰ ਅਤੇ ਭਾਰਤ ਦਾ ਸੰਵਿਧਾਨ ਉਹ ਕਹਿੰਦੇ ਆ ਕਿ ਅਸੀਂ ਸਭ ਨੂੰ ਸਮਾਨ ਸਮਝਦੇ ਹਾਂ, ਚਾਹੇ ਕੋਈ ਨਾਰਥ ਈਸਟ ਤੋਂ ਹੋਵੇ, ਕਸ਼ਮੀਰ ਤੋਂ ਹੋਵੇ, ਪੰਜਾਬ ਤੋਂ ਹੋਵੇ ਜਾਂ ਕਿਸੇ ਵੀ ਹੋਰ ਸਟੇਟ ਤੋਂ ਹੋਵੇ, ਅਤੇ ਜਾਤਾਂ ਧਰਮਾਂ ਤੋਂ ਪਰੇ ਅਸੀਂ ਸਭ ਇਨਸਾਨਾਂ ਨੂੰ ਅਸੀਂ ਸਮਾਨ ਹੱਕ ਦਿੰਦੇ ਹਾਂ। ਇਹ ਭਾਰਤ ਦਾ ਸੰਵਿਧਾਨ ਕਹਿੰਦਾ ਹੈ। ਅਤੇ ਉਹਦੇ ਬਾਵਜੂਦ ਵੀ ਅਸੀਂ ਮੰਗ ਕਰਦੇ ਹਾਂ ਕਿ ਸਾਡੀ ਸਟੇਟ ਅਲੱਗ ਹੋਣੀ ਚਾਹੀਦੀ ਹੈ, ਸਾਡੀ ਸਰਕਾਰ ਅਲੱਗ ਹੋਣੀ ਚਾਹੀਦੀ ਹੈ। ਮੈਂ ਮਾफ़ੀ ਮੰਗਦਾ ਹੈਗਾ ਜੀ। ਤੁਸੀਂ ਕਹਿੰਦੇ ਹੋ ਕਿ ਇਹ ਕਹਿੰਦੇ ਆ ਕਿ ਸਾਰਿਆਂ ਨੂੰ ਬਰਾਬਰਤਾ ਇਹ ਬਖਸ਼ਦੇ ਆ। ਜੇ ਬਰਾਬਰਤਾ ਬਖਸ਼ੀ ਜਾਂਦੀ ਹੈਗੀ ਹੈ, ਜਿਹੜਾ ਹੱਕ ਮਨੁੱਖਾਂ ਦੇ ਭਾਰਤ ਸਟੇਟ ਦੇ ਬਰਖਲਾਫ ਸੰਵਿਧਾਨ 'ਚ ਦਿੱਤੇ ਹੋਏ ਆ, ਜਿਹੜਾ ਪਾਰਟ 3 ਆਫ ਕੌਨਸਟੀਟਿਊਸ਼ਨ ਹੈ, ਜਿੱਥੇ ਸਾਡੀਆਂ ਰਾਈਟਸ ਅਤੇ ਫਰੀਡਮਸ ਅਤੇ ਇਕੁਆਲਿਟੀਜ਼ ਦਿੱਤੀਆਂ ਹੋਈਆਂ, ਉਹ ਸਾਡਾ ਹਿੱਸਾ ਹੈਗਾ। ਜੇ ਤੁਸੀਂ ਪੰਜਾਬ ਦਾ ਇਹ ਇਤਿਹਾਸ ਦੇਖੋਗੇ, ਬਾਰ-ਬਾਰ ਇਹਨੂੰ ਡਿਸਟਰਬਡ ਏਰੀਆ ਐਕਟ ਲਗਾ ਕੇ ਸਾਡੇ ਹਿਊਮਨ ਰਾਈਟਸ ਇਹਨਾਂ ਨੇ ਖੋਏ ਹੋਏ ਆ। ਸਾਡੇ ਵਾਸਤੇ ਖਾਸ ਕਾਨੂੰਨ ਸਾਨੂੰ ਮਾਰਨ ਵਾਸਤੇ ਟਾਡਾ ਵਰਗੇ, ਯੂਆਪਾ ਵਰਗੇ ਲਾਏ ਆ। ਆਰਮਡ ਫੋਰਸਿਸ ਸਪੈਸ਼ਲ ਪ੍ਰੋਟੈਕਸ਼ਨ ਐਕਟ ਲਾਇਆ ਹੈਗਾ। ਨਾਗਿਆਂ ਦੇ ਉੱਤੇ ਇਹਨਾਂ ਨੇ ਸਿੱਧੇ ਹਮਲੇ ਕੀਤੇ ਹੈਗੇ, ਉਹਨਾਂ ਨੂੰ ਮਾਰ ਕੇ ਕੁਚਲ ਕੇ ਉਹਨਾਂ ਨੂੰ ਗੁਲਾਮ ਕੌਮ ਬਣਾਇਆ ਹੋਇਆ ਹੈਗਾ। ਸਿੱਖ ਜੇ ਆਪਣੇ ਸਿਰ ਕੱਢ ਕੇ ਕਿਤੇ ਰਹਿੰਦੇ ਆ, ਉੱਥੇ ਇਹਨਾਂ ਦਾ ਕਤਲੇਆਮ ਕੀਤਾ ਗਿਆ। ਜਿਵੇਂ 1984 ਦੇ ਵਿੱਚ ਸਟੇਟ ਆਫ ਇੰਡੀਆ ਨੇ ਸ਼ਰੇਆਮ ਸਾਡੇ ਸਿੱਖਾਂ ਦੇ ਉੱਤੇ ਹਮਲਾ ਕੀਤਾ, ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ, ਅਕਾਲ ਤਖ਼ਤ ਸਾਹਿਬ ਢਹਿ ਕੀਤੇ, ਦਿੱਲੀ ਦੇ ਵਿੱਚ ਸਾਡਾ ਸ਼ਰੇਆਮ ਕਤਲੇਆਮ ਕੀਤਾ, ਜਿੱਥੇ ਹੈੱਡਕੁਆਟਰ ਆਰਮੀ, ਨੇਵੀ, 에ਅਰਫੋਰਸ, ITBP, BSF, ਹਰੇਕ ਜਿਹੜੀ ਸੈਂਟਰ ਦੀ ਫੌਜ ਹੈ ਉੱਥੇ ਬੈਠੀ ਹੈ। 3 ਦਿਨ ਖੁੱਲ੍ਹੇ ਅਤੇ ਸ਼ਰੇਆਮ ਸਿੱਖਾਂ ਦਾ ਸਿਰ ਵੱਢ ਕੇ, ਗਲਾਂ 'ਤੇ ਟਾਇਰ ਪਾ ਕੇ, ਸਾੜ ਕੇ ਸਾਨੂੰ ਕੁੱਤਿਆਂ ਵਾਂਗੂ ਰੱਖਿਆ ਹੈਗਾ। ਜਿਹੜੇ ਪੁਰਾਣੇ ਸਮੇਂ ਦੇ ਵਿੱਚ ਮਨੂ ਦੀ ਸਿਸਟਮ 'ਚ ਚੰਡਾਲੇ ਜਿਹੜੇ ਕਾਸਟ ਤੋਂ ਬਾਹਰ ਹੈ ਜਾਂ ਸ਼ੂਦਰ, ਉਸ ਤਰ੍ਹਾਂ ਸਾਨੂੰ ਇਹ ਰੱਖਦੇ ਹੈਗੇ ਹੈ, ਔਰ ਸਾਡੇ ਹਰੇਕ ਹੱਕ ਦੇ ਉੱਤੇ ਇਹ ਵਿਤਕਰਾ ਕਰਕੇ ਸਾਨੂੰ ਦਬਾਉਂਦੇ ਹੈਗੇ ਹੈ। ਅਤੇ ਤੁਸੀਂ ਕਹਿੰਦੇ ਹੋ ਕਿ ਬਰਾਬਰਤਾ ਦਿੰਦੇ ਹੈਗੇ ਆ, ਨਾ ਨਾਗਿਆਂ ਨੂੰ ਮਿਲੀ ਹੈ, ਨਾ ਤਾਮਿਲਾਂ ਨੂੰ ਮਿਲੀ ਹੈਗੀ ਹੈ। ਸਾਡਾ ਧਰਮ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਸੀ, ਜਿਨ੍ਹਾਂ ਨੇ ਕਾਲੀ ਮੈਚ ਨਿਕਲ ਕੇ ਇੱਕ ਵਚਨ ਕੀਤਾ ਸੀ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਸਾਨੂੰ ਮਨੁੱਖਤਾ ਨੂੰ ਸਿੱਖੀ ਦੇ ਰਾਹ 'ਤੇ ਤੋਰਤਾ ਸੀਗਾ। ਅੱਜ ਧਾਰਾ 25 ਕਹਿੰਦੀ ਹੈ ਕਿ ਸਿੱਖਸ ਆ ਹਿੰਦੂਸ। ਸਾਡਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਵਚਨ ਫਿਰ ਫੋਕਾ ਹੀ ਹੈ। ਸਾਨੂੰ ਤਾਂ ਮੱਲੋ ਮੱਲੀ ਸਾਡਾ ਧਰਮ ਵੀ ਤਬਦੀਲ ਕਰਤਾ ਹੈਗਾ। ਫਿਰ ਇਹ ਕਾਨੂੰਨ ਬਣਾਉਂਦੇ ਆ ਕਿ ਧਰਮ ਤਬਦੀਲ ਨਹੀਂ ਹੋਣੇ ਚਾਹੀਦੇ ਹੈਗੇ। ਸਾਨੂੰ ਤਾਂ ਪਹਿਲਾਂ ਹੀ ਇਹਨਾਂ ਨੇ ਖਤਮ ਕਰਤਾ ਹੈਗਾ ਕਾਨੂੰਨ ਦੇ ਵਿੱਚ। ਅਤੇ ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਦੇਖੋ ਤਾਂ ਫਿਰ ਤੁਸੀਂ ਮੰਨਣ ਨੂੰ ਤਿਆਰ ਹੋ ਕਿ ਇਹ ਸਾਨੂੰ ਬਰਾਬਰਤਾ ਨਾਲ ਦੇਖਦੇ ਹਾਂ। ਮੈਂ ਫਿਰ ਤੁਹਾਡੇ ਤੋਂ ਮਾफ़ੀ ਮੰਗਦਾ ਜੀ। ਤੁਹਾਡੀ ਅਤੇ ਮੇਰੀ ਵਿਜ਼ਨ ਜੋ ਸਿੱਖਾਂ ਨਾਲ ਬੀਤੀ ਹੈ, ਉਸ 'ਚ ਬਹੁਤ ਅੰਤਰ ਹੈ। ਜਿਵੇਂ ਤੁਸੀਂ ਕਿਹਾ ਕਿ ਨਾਗਿਆਂ ਨੂੰ ਵੀ ਹੱਕ ਨਹੀਂ ਮਿਲਿਆ, ਤਮਿਲ ਨੂੰ ਵੀ ਹੱਕ ਨਹੀਂ ਮਿਲਿਆ, ਉਹਨਾਂ ਨੂੰ ਵੀ ਬਰਾਬਰਤਾ ਨਹੀਂ ਦਿੱਤੀ ਜਾਂਦੀ, ਅਤੇ ਪੰਜਾਬੀਆਂ ਨੂੰ ਵੀ ਬਰਾਬਰਤਾ ਨਹੀਂ ਦਿੱਤੀ ਜਾਂਦੀ, ਤਾਂ ਕੀ ਉਹਦਾ ਹੱਲ ਇਹ ਹੋਊਗਾ ਕਿ ਤਮਿਲ ਵੀ ਆਪਣੇ ਆਪ ਨੂੰ ਅਲੱਗ ਕਰ ਲਏ ਅਤੇ ਨਾਗਾਲੈਂਡ ਵੀ ਆਪਣੇ ਆਪ ਨੂੰ ਅਲੱਗ ਕਰ ਲਏ, ਪੰਜਾਬ ਵੀ ਆਪਣੇ ਆਪ ਨੂੰ ਅਲੱਗ ਕਰ ਲਏ? ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ, ਜਦੋਂ ਖਾਲਸਾ ਰਾਜ ਸਥਾਪਿਤ ਕੀਤਾ ਸੀ ਉਹਨਾਂ ਨੇ, ਤਾਂ ਛੋਟੇ ਛੋਟੇ ਰਾਜਿਆਂ ਨੂੰ, ਛੋਟੇ ਛੋਟੇ ਰਾਜਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਇੱਕ ਰਾਜ, ਇੱਕ ਬਾਊਂਡਰੀ ਦੇ ਕੇ ਇੱਕ ਵਿਸ਼ਾਲ ਖਾਲਸਾ ਰਾਜ ਉਹਨਾਂ ਨੇ ਸਥਾਪਿਤ ਕੀਤਾ ਸੀ। ਅਤੇ ਅੱਜ ਜਿਹੜੇ ਪਾਸੇ ਅਸੀਂ ਤੁਰੇ ਹੋਏ ਹਾਂ, ਜੇ ਅਸੀਂ ਗੱਲ ਕਰਦੇ ਹਾਂ ਖਾਲਿਸਤਾਨ ਦੀ, ਤਾਂ ਸਾਡੇ ਕੋਲ ਜ਼ਮੀਨ, ਸਾਡੇ ਕੋਲ ਬਾਊਂਡਰੀਜ਼ ਹੀ ਕਿੰਨੀਆਂ ਕੁ ਰਹਿ ਜਾਂਦੀਆਂ। ਮੈਨੂੰ ਲੱਗਦਾ ਕਿ ਅਸੀਂ ਰਾਜਾਂ ਨੂੰ ਤੋੜਨ ਦੀ ਗੱਲ ਕਰ ਰਹੇ ਹਾਂ, ਛੋਟੇ ਰਾਜ ਬਣਾਉਣ ਦੀ ਗੱਲ ਕਰ ਰਹੇ ਹਾਂ ਦੁਬਾਰਾ, ਜਿਹੜੇ ਖਾਲਸਾ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਕੱਠੇ ਕੀਤੇ ਸੀ। ਮੈਂ ਮਾफ़ੀ ਚਾਹੁੰਦਾ ਜੀ, ਮੇਰੀ ਇਸ 'ਤੇ ਵਿਜ਼ਨ ਬਿਲਕੁਲ ਵੱਖਰੀ ਹੈਗੀ ਹੈ। ਤੁਸੀਂ ਆਪਣੇ ਰਾਜ ਨੂੰ ਵੱਡਾ ਕਹਿ ਰਹੇ ਹੋ, ਪਰ ਉਸ ਰਾਜ 'ਚ ਜੇ ਸ਼ਰੇਆਮ ਤੁਹਾਡਾ ਕਤਲੇਆਮ ਹੋਏ, ਤੁਹਾਡੀ ਜੈਨੋਸਾਈਡ ਹੋਏ, ਤਾਂ ਫਿਰ ਉਹ ਕਿਹੜਾ ਰਾਜ ਹੈ ਜੀ? ਇਹ ਕੋਈ ਆਪਣੇ ਆਪ ਨੂੰ ਵਾਰ-ਵਾਰ ਮਰਵਾਈ ਜਾਣਾ, ਆਪਣੇ ਹੱਕ ਗਵਾਈ ਜਾਣੇ। ਤੁਹਾਡੀ ਹੁਣ ਜਿਹੜੀ ਬੋਲੀ ਹੈ ਪੰਜਾਬੀ ਹੈ,
ਪੰਜਾਬੀ ਬਾਬਾ ਫਰੀਦ, ਸ਼ੇਖ ਬਾਬਾ ਫਰੀਦ ਨੇ ਪੰਜਾਬੀ ਦੇ ਵਿੱਚ ਪ੍ਰਚਾਰ ਕਰਕੇ ਰੱਬ ਨਾਲ ਮਨੁੱਖ ਨੂੰ ਜੋੜਿਆ ਸੀਗਾ, ਜਿਹੜੀ ਆਮ ਸਧਾਰਨ ਭਾਸ਼ਾ ਸੀ। ਉਹ ਕਿਉਂ ਸਫਲ ਹੋਏ? ਕਿਉਂਕਿ ਜਿਹੜੀ ਮਨੂਵਾਦੀ ਸੋਚ ਸੀ ਉਹ ਸੰਸਕ੍ਰਿਤ ਸਿਰਫ ਤੇ ਸਿਰਫ ਪੰਡਤਾਂ ਤੇ ਬਾਹਮਣਾਂ ਨੂੰ ਦਿੱਤੀ ਜਾਂਦੀ ਸੀਗੀ, ਤੇ ਉੱਚ ਜਾਤੀ ਦੇ ਲੋਕ ਉਹ ਪੜ੍ਹ ਸਕਦੇ ਸੀਗੇ, ਸ਼ਾਸਤਰਾਂ ਦਾ ਗਿਆਨ ਉਹ ਰੱਖ ਸਕਦੇ ਸੀਗੇ। ਸਾਡੇ ਭਗਤਾਂ ਨੇ, ਗੁਰੂਆਂ ਨੇ ਸਾਨੂੰ ਰੱਬ ਨਵੇਂ ਲਾਇਆ ਪੰਜਾਬੀ ਦੇ ਮਾਧਿਅਮ ਰਾਹੀਂ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਸਾਨੂੰ ਪੰਜਾਬੀ ਲਿਪੀ ਦਿੱਤੀ, ਗੁਰਮੁਖੀ ਦਿੱਤੀ। ਅੱਜ ਸੰਵਿਧਾਨ ਆਫ ਇੰਡੀਆ ਕੀ ਕਹਿੰਦਾ ਹੈਗਾ? ਕਹਿੰਦਾ ਕਿ ਦ ਨੈਸ਼ਨਲ ਲੈਂਗੁਏਜ ਇਜ਼ ਹਿੰਦੀ, ਠੀਕ ਹੈ ਨਾ ਜੀ। ਐਂਡ ਅੱਗੇ ਜਾ ਕੇ ਕਹਿੰਦਾ ਹੈ ਕਿ ਐਵਰੀ ਅਟੈਂਪਟ ਇਜ਼ ਟੂ ਬੀ ਮੇਡ ਟੂ ਮੇਕ ਹਿੰਦੀ ਪ੍ਰੋਗਰੈਸ ਟੂਵਰਡ ਸੰਸਕ੍ਰਿਤ। ਜਿਹੜੀ ਸੰਸਕ੍ਰਿਤ ਨੇ ਸਾਨੂੰ ਸਾਰੇ ਪਿਛੋਕੜ 'ਚ ਕੱਟ ਕੇ ਰੱਖਿਆ ਕਿ ਤੁਸੀਂ ਸ਼ੁੱਧ ਹੋ, ਤੁਸੀਂ ਨੀਵੇਂ ਹੋ, ਉਹ ਹੁਣ ਸਾਡੀ ਮਾਂ ਬੋਲੀ ਬਣ ਗਈ। ਤੁਹਾਡੇ ਘਰ 'ਚ ਮਤਲਬ ਸੌਤਣ ਆ ਕੇ ਬਿਠਾਤੀ ਹੈਗੀ ਹੈ, ਅਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਇਹਦਾ ਹਿੱਸਾ ਬਣਨਾ ਚਾਹੁੰਦੇ ਹਾਂ। ਜਿਹੜੇ ਗੁਰੂ ਸਾਹਿਬਾਨਾਂ ਨੇ ਤੁਹਾਨੂੰ ਗੁਰਮੁਖੀ ਲਿਪੀ ਦਿੱਤੀ, ਜਿਨ੍ਹਾਂ ਨੇ ਤੁਹਾਨੂੰ ਰਾਹ ਦਿੱਤਾ, ਤੁਹਾਨੂੰ ਮਨੁੱਖੀ ਅਧਿਕਾਰ ਦਿੱਤੇ, ਤੁਹਾਨੂੰ ਗੁਲਾਮੀ 'ਚੋਂ ਕੱਢਿਆ, ਹੁਣ ਉਹਨਾਂ ਦੀ ਬੋਲੀ ਦੇ ਉੱਤੇ ਤੁਸੀਂ ਇਹ ਬਿਠਾਓਗੇ? ਸਰ ਸਾਹਿਬ, ਇਹ ਕਲੋਨੀਅਲ ਸਿਸਟਮ ਹੈਗਾ, ਜਿਹਦੇ ਪੰਜਾਬ ਦਾ ਆਫਟਰ ਆਲ ਨਾਂ ਕੀ ਹੈਗਾ? 5 ਆਬ ਨਦੀਆਂ। ਉਹ ਨਦੀਆਂ ਵੀ ਇਹਨਾਂ ਨੇ ਲੁੱਟ ਕੇ ਜਾ ਕੇ, ਜਿੱਥੇ ਰੇਗਿਸਤਾਨ ਹੈ, ਜਿੱਥੇ ਕਦੀ ਪੰਜਾਬ ਦਾ ਪਾਣੀ ਗਿਆ ਹੀ ਨਹੀਂ, ਨਦੀਆਂ ਦਾ ਪਾਣੀ ਗਿਆ ਨਹੀਂ, ਉਹਨੂੰ ਚੱਕ ਕੇ BBMB ਚੋਂ ਦੇਤਾ ਹੈਗਾ। ਦਿੱਲੀ ਨੂੰ ਤੁਹਾਡਾ ਪਾਣੀ ਪਿਆ ਰਹੇ ਹੈਗੇ ਆ, ਹੁਣ ਤੁਹਾਡੀ ਸਤਲੁਜ ਲੁੱਟ ਕੇ ਯਮੁਨਾ 'ਚ ਲਿੰਕ ਕਰਕੇ ਫਿਰ ਦਿੱਲੀ ਨੂੰ ਲੈ ਕੇ ਜਾ ਰਹੇ ਆ। ਤੁਹਾਡਾ ਸਾਰਾ ਕੁਝ ਲੁੱਟੀ ਜਾਂਦੇ ਆ, ਅਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਇੱਕ ਵੱਡੇ ਦੇ ਹਿੱਸੇ ਹੈਗੇ ਆ। ਤੁਹਾਨੂੰ ਤਾਂ ਸਾਰਾ ਖੋਖਲ ਕਰਤਾ ਹੈਗਾ। ਦੇ ਹੈਵ ਲੈਫਟ ਨਥਿੰਗ। ਤੁਹਾਡਾ ਐਗਰੀਕਲਚਰ ਖਤਮ ਕਰਤਾ ਹੈਗਾ, ਤੁਹਾਡਾ ਵਾਟਰ ਟੇਬਲ ਥੱਲੇ ਤਾਂ ਹੀ ਚਲੇ ਗਿਆ ਹੈਗਾ। ਗ੍ਰੀਨ ਰੈਵੋਲਿਊਸ਼ਨ ਦਾ ਰੌਲਾ ਪਾਉਂਦੇ ਆ, ਪਰ ਜਿਹੜੀ ਇਨਵਾਇਰਮੈਂਟਲ ਡੈਗਰੇਡੇਸ਼ਨ ਪੰਜਾਬ ਦੀ ਸੈਂਟਰ ਨੇ ਕਰਾਤੀ ਹੈਗੀ ਹੈ, ਥੱਲਿਓਂ ਪੰਪ ਕੱਢ ਕਰਕੇ ਪਾਣੀ, ਸਾਡਾ ਤਾਂ ਪਾਣੀ ਹੀ ਨਹੀਂ ਰਹਿ ਗਿਆ ਹੈ ਪੰਜਾਬ 'ਚ। ਨਦੀਆਂ ਲੁੱਟ ਕੇ ਇਹ ਲੈ ਕੇ ਜਾ ਰਹੇ ਆ, ਅਤੇ ਤੁਸੀਂ ਕਹਿ ਰਹੇ ਹੋ ਕਿ ਜੀ ਅਸੀਂ ਵੱਡੇ ਦੇ ਹਿੱਸੇ ਹੈਗੇ ਆ। ਜੇ ਸ਼ਰੇਆਮ ਤੁਹਾਨੂੰ ਲੁੱਟ ਰਿਹਾ, ਤੁਹਾਨੂੰ ਜਾਨੋਂ ਮਾਰ ਰਿਹਾ, ਤੁਹਾਡੀ ਜੈਨੋਸਾਈਡ ਕਰ ਰਿਹਾ, ਤੁਹਾਨੂੰ ਮਿਲਟਰੀ ਰੂਲ ਥੱਲੇ ਰੱਖ ਲਿਆ ਹੈਗਾ, ਤੁਹਾਨੂੰ ਬੋਲਣ ਨਹੀਂ ਦਿੰਦਾ ਹੈਗਾ। ਜੇ ਅੱਜ ਤਾਂ ਹੁਣ ਚਲੋ ਸੁਪਰੀਮ ਕੋਰਟ ਰਾਹੀਂ ਸਰ ਸਿਮਰਨਜੀਤ ਸਿੰਘ ਮਾਨ ਨੇ ਕੇਸ ਪਹੁੰਚਾਤਾ, ਪਰ ਪਿਛਲੇ ਸਮੇਂ 'ਚ ਜੇ ਤੁਸੀਂ ਕੋਈ ਖਾਲਿਸਤਾਨ ਕਹਿ ਦਿੰਦੇ, ਨਾਲ ਦੀ ਨਾਲ ਚੱਕ ਕੇ ਤੁਹਾਨੂੰ ਜੇਲ੍ਹ 'ਚ ਪਾ ਦਿੰਦੀ। 6-6 ਮਹੀਨੇ 57 'ਚ ਸਰ ਸਿਮਰਨਜੀਤ ਸਿੰਘ ਮਾਨ ਨੂੰ ਅਸੀਂ ਇਹ ਕੇਸ ਦੇਖੇ ਹੈਗੇ ਆ। ਅਤੇ ਅੱਜ ਹੁਣ ਰਾਮਲੀਲਾ ਦਾ ਸੀਜ਼ਨ ਆ ਰਿਹਾ, ਜੇ ਕੋਈ ਵੀ ਪੋਲੀਟੀਸ਼ੀਅਨ ਕਹਦੇ ਰਾਮ ਰਾਜਯ ਹੋਵੇ, ਕੋਈ ਉਹਨੂੰ ਮਾੜਾ ਨਹੀਂ ਕਹਿੰਦਾ। ਜੇ ਕਹਦੇ ਰਾਮ ਰਾਜਯ ਦੇ ਅਧੀਨ ਹਿੰਦੁਸਤਾਨ ਬਣੇ, ਉਹਨੂੰ ਕੋਈ ਮਾੜਾ ਨਹੀਂ ਕਹਿੰਦਾ ਹੈਗਾ। ਪਰ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਦੇ ਨਾਂ ਦੇ ਉੱਤੇ ਤੁਸੀਂ ਕਹਿ ਦਿਓ ਕਿ ਉਹਨਾਂ ਦੇ ਅਸੂਲਾਂ ਅਧੀਨ ਖਾਲਿਸਤਾਨ ਹੋਣਾ ਚਾਹੀਦਾ ਹੈ, ਯੂ ਆਰ ਪੁੱਟ ਇਨ ਟੂ ਪ੍ਰਿਜ਼ਨ ਐਂਡ ਯੂ ਆਰ ਟ੍ਰੀਟਡ ਲਾਈਕ ਅ ਕ੍ਰਿਮੀਨਲ। ਸੋ ਤੁਹਾਡਾ ਇਤਿਹਾਸ ਵੀ ਇਹ ਮਿਟਾਉਣਾ ਚਾਹੁੰਦੇ ਆ, ਤੁਹਾਨੂੰ ਤਾਂ ਰੱਖਣਾ ਹੀ ਚਾਹੁੰਦੇ ਆ। ਇਹਨਾਂ ਦੀ ਸਟੇਟਡ ਪਾਲਿਸੀ ਹੈ ਹਿੰਦੂ, ਹਿੰਦੀ, ਹਿੰਦੁਸਤਾਨ। ਉਹਦੇ ਵਿੱਚ ਤੁਹਾਨੂੰ ਰੱਖਣਾ ਹੀ ਨਹੀਂ ਚਾਹੁੰਦੇ, ਮੰਨਣਾ ਹੀ ਨਹੀਂ ਚਾਹੁੰਦੇ। ਧਾਰਾ 25 ਨੇ ਪਹਿਲਾਂ ਹੀ ਤੁਹਾਨੂੰ ਹਿੰਦੂ ਬਣਾਤਾ ਹੈਗਾ, ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਅਸੀਂ ਵੱਡੇ ਰਾਜ ਦੇ ਹਿੱਸਾ ਬਣਨਾ ਚਾਹੁੰਦੇ ਹਾਂ? ਜੇ ਤੁਸੀਂ ਆਪਣੇ ਆਪ ਨੂੰ ਗਵਾ ਕੇ ਮੰਨਦੇ ਹੈਗੇ ਹੋ, ਫਿਰ ਮੈਂ ਤੁਹਾਡੇ ਨਾਲ ਸਮਝਦਾ ਕਿ ਇਹ ਤੁਹਾਡਾ ਭੁਲੇਖਾ ਹੈਗਾ ਕਿ ਇਹ ਤੁਹਾਡਾ ਰਾਜ ਹੈ। ਇਹ ਤਾਂ ਫਿਰ ਉਹਨਾਂ ਦਾ ਹੈ, ਅਤੇ ਤੁਸੀਂ ਉਹਨਾਂ ਦੇ ਗੁਲਾਮ ਹੋ। ਅਤੇ ਜਿਹੜਾ ਅਸੀਂ ਖਾਲਸਾ ਰਾਜ ਚਾਹੁੰਦੇ ਹਾਂ, ਉਹਦੀ ਪ੍ਰਾਪਤੀ ਕਿਵੇਂ ਹੋਊਗੀ? ਕਿਵੇਂ ਸਾਨੂੰ ਖਾਲਸਾ ਰਾਜ ਮਿਲੂਗਾ? ਕਿਵੇਂ ਉਹ ਆਈਡੀਅਲ ਰਾਜ ਬਣੂਗਾ ਜਿਹਦੇ ਵਿੱਚ ਸਾਰੇ ਬਰਾਬਰ ਹੋਣਗੇ, ਸਾਰੇ ਧਰਮਾਂ ਨੂੰ, ਸਾਰੀਆਂ ਜਾਤਾਂ ਨੂੰ, ਸਾਰੀਆਂ ਨਸਲਾਂ ਨੂੰ ਸਮਾਨਤਾ ਮਿਲੂਗੀ ਅਤੇ ਸਭ ਨੂੰ ਇੱਕ ਹੱਕ ਮਿਲੂਗਾ? ਤੁਸੀਂ ਹੁਣੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕੀਤੀ ਸੀਗੀ, ਉਹਨਾਂ ਨੇ ਐਗਜ਼ਾਮਪਲ ਇੱਕ ਦਿੱਤਾ ਹੈਗਾ। ਉਸ ਤੋਂ ਪਹਿਲਾਂ ਜਿਹੜਾ ਖਾਲਸਾਈ ਸੋਚ ਹੈਗੀ ਹੈ, ਉਹਨੇ ਜ਼ੁਲਮ ਦੇ ਬਰਖਲਾਫ ਹੱਕਾਂ ਦੇ ਪੱਖ 'ਚ ਆਪਣਾ ਕੰਮ ਕੀਤਾ ਹੈਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਧਰਤੀ ਸਰਹੰਦ ਦੇ ਉੱਤੇ ਇੱਟ ਨਾਲ ਇੱਟ ਖੜਕਾ ਕੇ ਉਰੇ ਜਿਹੜਾ ਰਾਜ ਸਥਾਪਿਤ ਕੀਤਾ ਸੀ, ਉਹਦੇ ਵਿੱਚ ਜ਼ਿਮੀਂਦਾਰਾਂ ਨੂੰ ਹੱਕ ਆਪਣੇ ਜ਼ਮੀਨ ਦੇ ਦਿੱਤੇ ਸੀਗੇ। ਅਤੇ ਇਹ ਗੁੱਡ ਗਵਰਨੈਂਸ ਜਿਹੜੇ ਹੁਣ ਮਾਡਰਨ ਪੈਰਾਮੀਟਰਸ ਵੀ ਹੈ, ਤੁਸੀਂ ਬਹੁਤ ਖੁਸ਼ ਹੋਵੋਗੇ ਜਾਣ ਕੇ, ਜਿਹੜੀ SGPC ਹੈ, ਏਸ਼ੀਆ ਦੀ ਸਭ ਤੋਂ ਪਹਿਲਾਂ ਡੈਮੋਕ੍ਰੈਟਿਕ ਸੰਸਥਾ SGPC ਬਣੀ ਸੀ। ਇਸੀ ਸੰਸਥਾ ਵਿੱਚ ਗੁਰੂ ਸਾਹਿਬ ਦੀ ਸੋਚ ਅਧੀਨ ਹਰੇਕ ਨੂੰ ਵੋਟ ਪਾਉਣ ਦਾ ਹੱਕ ਮਿਲਿਆ, ਜਦ ਕਿ ਇੰਗਲੈਂਡ ਅਤੇ ਅਮਰੀਕਾ ਦੇ ਵਿੱਚ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ, ਉਰੇ ਤੁਹਾਨੂੰ ਮਿਲਿਆ। ਜਦ ਇੰਗਲੈਂਡ ਉਰੇ ਪੰਜਾਬ ਲੈਜਿਸਲੇਟਿਵ ਕਾਊਂਸਲ ਬਣਾਉਂਦਾ ਸੀ, ਉਹਦੇ ਵਿੱਚ ਵੋਟ ਪਾਉਣ ਦਾ ਹੱਕ ਸਿਰਫ ਜ਼ਿਮੀਂਦਾਰਾਂ ਨੂੰ ਸੀ ਜਿਨ੍ਹਾਂ ਦੀ ਜ਼ਮੀਨਾਂ ਹੈਗੀਆਂ, ਪਰ ਤੁਹਾਡੇ SGPC ਨੇ ਗਰੀਬਾਂ ਨੂੰ, ਹਰੇਕ ਸਿੱਖ ਨੂੰ ਹੱਕ ਦਿੱਤਾ ਹੈਗਾ। ਸੋ ਤੁਹਾਡੀਆਂ ਜਿਹੜੀਆਂ ਸੰਸਥਾ ਤੋਰੀਆਂ ਹੋਈਆਂ, ਉਹ ਇੱਕ ਮਿਸਾਲ ਹੈਗੀਆਂ ਜਿਹੜੀਆਂ ਇਨਕਲੂਸਿਵ ਹੈ, ਸਾਰਿਆਂ ਨੂੰ ਨਾਲ ਲੈ ਕੇ ਆਉਂਦੀਆਂ। ਇਹੀ ਟ੍ਰੈਡੀਸ਼ਨ ਦੇ ਵਿੱਚ ਜਿਵੇਂ ਗੁਰੂ ਨਾਨਕ ਸਾਹਿਬ ਨੇ ਸਰਬੱਤ ਦਾ ਭਲਾ ਮੰਗਿਆ ਹੈਗਾ, ਸਾਰਿਆਂ ਨੂੰ ਜੋੜ ਕੇ ਰੱਖਿਆ, ਇਸੇ ਤਰ੍ਹਾਂ ਅਸੀਂ ਸੋਚਦੇ ਹੈਗੇ ਹਾਂ। ਇਹ ਵੀ ਕੋਈ ਹੈਰਾਨਗੀ ਦੀ ਗੱਲ ਨਹੀਂ ਹੈਗੀ ਕਿ ਤੁਸੀਂ ਦੇਖੋ ਅੱਜ ਦੇ ਦਿਨ ਹਰੇਕ ਧਰਮ ਦੇ ਨਾਂ 'ਤੇ ਕੋਈ ਨਾ ਕੋਈ ਰਾਜ ਹੈ। ਕ੍ਰਿਸਚੈਨਿਟੀ ਦਾ ਇੰਗਲੈਂਡ ਹੈਗਾ, ਕ੍ਰਿਸਚੈਨਿਟੀ ਦੇ ਅਧੀਨ ਸਵੀਡਨ ਅਤੇ ਹੋਰ ਸਾਰੀਆਂ ਡੈਮੋਕ੍ਰੈਟਿਕ ਸੁਸਾਇਟੀਜ਼ ਹੈਗੀਆਂ।
ਤੇ ਮੇਰਾ ਖਿਆਲ ਮਾਡਰਨ ਰਿਲੀਜੀਅਸ ਡੈਮੋਕ੍ਰੈਟਿਕ ਫੰਕਸ਼ਨਿੰਗ ਵਿਦ ਲਿਬਰਲ ਹਿਊਮਨ ਰਾਈਟਸ ਉਹਦੀ ਗੋਲ ਆਪਾਂ ਚਾਹੁੰਦੇ ਹੈਗੇ ਆ। ਅਸੀਂ ਇਹਦਾ ਸ਼ਿਕਾਰ ਬਣ ਚੁੱਕੇ ਹਾਂ ਕਿ ਕਦੀ ਸਾਨੂੰ ਚੱਕ ਕੇ ਗੋਲੀ ਨਾਲ ਮਾਰਤਾ ਸਟੇਟ ਨੇ, ਕਦੀ ਸਾਨੂੰ ਜੇਲ੍ਹਾਂ 'ਚ ਪਾਤਾ। ਤੇ ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੀ ਮਾਈਨੋਰਿਟੀਜ਼ ਤੇ ਹੋਰਾਂ ਨੂੰ ਹੱਕ ਦਈਏ ਤੇ ਅਸੀਂ ਮਨੁੱਖਤਾ ਦੇ ਪੱਖ 'ਚ ਤੁਰੀਏ, ਜਿਵੇਂ ਸਾਨੂੰ ਗੁਰੂ ਸਾਹਿਬਾਨਾਂ ਨੇ ਸਿਖਾਇਆ ਹੈਗਾ। ਜਿਹੜੇ ਉਰੇ ਰੇਡ ਕਰਦੇ ਸੀਗੇ ਅਫਗਾਨਿਸਤਾਨ ਤੋਂ ਆਉਂਦੇ, ਉਹਨਾਂ ਦੇ ਅਸੀਂ ਬੀਬੀਆਂ ਚੜ੍ਹਾ ਕੇ ਘਰਾਂ ਮੋੜੀਆਂ ਹੈਗੀਆਂ। ਸੋ ਸਾਨੂੰ ਹਿਊਮਨ ਰਾਈਟਸ ਦਾ ਕੰਮ ਜਿਵੇਂ ਨੌਵੇਂ ਪਿਤਾ ਨੇ ਸਿਖਾਇਆ ਹੈਗਾ, ਕਸ਼ਮੀਰੀ ਪੰਡਤਾਂ ਦੇ ਪੱਖ ਜਾ ਕੇ ਆਪਣਾ ਸੀਸ ਗਵਾ ਦੇਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਬੰਸ ਦਾਨ ਕਰਕੇ ਜੰਗਾਂ ਲੜ ਕੇ ਸਾਨੂੰ ਹੱਕ ਦਿਵਾਉਣ ਦਾ ਇਹ ਕੋਸ਼ਿਸ਼ ਕੀਤੀ ਹੈ। ਸੋ ਆਈ ਥਿੰਕ ਸਾਡਾ ਇੱਕ ਬਹੁਤ ਵਧੀਆ ਵਿਰਸਾ, ਇਤਿਹਾਸ, ਸੋਚ ਹੈਗੀ ਹੈ। ਅਤੇ ਇਹਦੇ ਉੱਤੇ ਆਪਾਂ ਜੇ ਕਹਿ ਦਈਏ ਕਿ ਅਸੀਂ ਇਹੋ ਜਿਹਾ ਰਾਜ ਚਾਹੁੰਦੇ ਹਾਂ, ਕੋਈ ਸੰਗ ਵਾਲੀ ਗੱਲ ਨਹੀਂ ਹੈਗੀ, ਕੋਈ ਸ਼ਮਰਾਉਣ ਵਾਲੀ ਗੱਲ ਨਹੀਂ ਹੈਗੀ, ਕਿਸੇ ਨੂੰ ਅਸੀਂ ਵੱਢ ਕੇ ਮਾਰਨ ਨਹੀਂ ਵਾਲੇ ਹੈਗੇ। ਅਸੀਂ ਆਪਣੇ ਗੁਰੂਆਂ ਦੀ ਸੋਚ ਅਧੀਨ ਸਰਬੱਤ ਦੇ ਭਲੇ ਵਾਸਤੇ, ਹਰੇਕ ਵਾਸਤੇ ਕੰਮ ਕਰਨ ਨੂੰ ਤਿਆਰ ਹਾਂ। ਪਰ ਇਹ ਤਾਂ ਜ਼ੁਲਮ ਹੈ ਕਿ ਸਾਨੂੰ ਜਦੋਂ ਮਰਜ਼ੀ ਫੜ ਕੇ ਮਾੜੇ ਕਹਿ ਦਿਓ, ਕਦੀ ਸਾਨੂੰ ਕੋਈ ਗਾਲ ਕੱਢ ਦਿਓ, ਜਾਂ ਇਸ ਦੇਸ਼ 'ਚ ਤਾਂ ਸਾਨੂੰ ਜਾਨੋਂ ਮਾਰਿਆ ਗਿਆ ਹੈਗਾ। ਦਿੱਲੀ ਦੇ ਵਿੱਚ 1984 'ਚ, ਕਾਨਪੁਰ 'ਚ, ਹੋਰ ਸਾਰੀਆਂ ਸਟੇਟਾਂ 'ਚ ਓਨਲੀ ਕ੍ਰਾਈਮ ਵੀ ਕਮਿਟਡ ਵਾਜ਼ ਕਿ ਅਸੀਂ ਦਸਤਾਰਬੰਦੀ ਸਿੱਖ ਸੀਗੇ ਅਤੇ ਸਾਨੂੰ ਫੜ ਕੇ ਗਲੇ ਟਾਇਰਾਂ 'ਚ ਬਲਦੇ ਹੋਏ ਟਾਇਰ ਸਾਡੇ ਗਲਾਂ 'ਚ ਪਾਤੇ ਜੀ। ਕਈ ਹੋਰ ਸੰਸਥਾਵਾਂ ਵੀ ਨੇ ਜੋ ਖਾਲਿਸਤਾਨ ਦੀ ਹੀ ਡਿਮਾਂਡ ਕਰਦੀਆਂ ਨੇ, ਜੋ ਕਹਿੰਦੇ ਨੇ ਕਿ ਖਾਲਸਾ ਰਾਜ ਸਥਾਪਿਤ ਹੋਣਾ ਚਾਹੀਦਾ। ਉਹਨਾਂ ਦੇ ਤੌਰ ਤਰੀਕੇ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਵੱਖ ਹੋਣ। ਜਿਵੇਂ ਅੰਮ੍ਰਿਤਪਾਲ ਸਿੰਘ ਜੀ ਆਏ ਹੋਏ ਆ, ਉਹ ਦੁਬਈ ਤੋਂ ਆਏ ਆ ਅਤੇ ਪੰਜਾਬ ਦੇ ਵਿੱਚ ਯੂਥ ਦੇ ਵਿੱਚ ਉਹ ਵਿਚਰ ਰਹੇ ਆ ਅਤੇ ਕੈਂਪੇਨ ਕਰ ਰਹੇ ਆ ਕਿ ਸਾਰੇ ਖਾਲਸਾ ਰਾਜ ਦੇ ਲਈ ਆਪਣਾ ਸੀਸ ਭੇਂਟ ਕਰੋ। ਉਹਨਾਂ ਨੇ ਬੀਤੇ ਦਿਨੀ ਉਹਨਾਂ ਦੀ ਦਸਤਾਰਬੰਦੀ ਹੋਈ ਹੈ। ਸੰਦੀਪ ਸਿੰਘ ਸਿੱਧੂ ਉਹਨਾਂ ਦੀ ਸੰਸਥਾ ਸੀ ਵਾਰਿਸ ਪੰਜਾਬ ਦੇ, ਤਾਂ ਉਹਦੇ ਨਵੇਂ ਮੁਖੀ ਬਣੇ ਨੇ, ਮੁੱਖ ਸੇਵਾਦਾਰ ਉਹਨਾਂ ਨੂੰ ਕਿਹਾ ਗਿਆ। ਅਤੇ ਉਹਨਾਂ ਦਾ ਵਤੀਰਾ ਅਤੇ ਉਹਨਾਂ ਦਾ ਤਰੀਕਾ ਤੁਹਾਨੂੰ ਕਿੰਨਾ ਕੁ ਲੱਗਦਾ ਕਿ ਕਿੰਨਾ ਕੁ ਵਾਜਿਬ ਰਹੂਗਾ ਪੰਜਾਬ ਲਈ? ਮੇਰਾ ਖਿਆਲ ਸਰ ਸੰਦੀਪ ਸਿੰਘ ਸਿੱਧੂ ਨੂੰ ਇੱਕ ਨਵੀਂ ਲਹਿਰ ਯੂਥ ਦੇ ਵਿੱਚ ਤੋਰੀ ਸੀਗੀ, ਜਿਸ ਨਾਲ ਲੋਕਾਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਸੀਗੀਆਂ। ਜਿਹੜੀਆਂ ਲੜਾਈਆਂ ਅਸੀਂ ਬੜੇ ਲੰਬੇ ਸਮੇਂ ਤੋਂ ਲੜ ਚੁੱਕੇ ਸੀਗੇ, ਉਹ ਪਰ ਯੂਥ ਤਾਈਂ ਪਹੁੰਚ ਨਹੀਂ ਹੋ ਸਕ ਰਹੀ ਸੀ ਸਾਰੀ। ਉਹਨਾਂ ਨੇ ਬੜੇ ਸਰਲ ਤਰੀਕੇ ਨਾਲ ਜਿਹੜੀਆਂ ਗੱਲਾਂ, ਜਿਹੜੇ ਜੰਗ ਅਸੀਂ ਲੜੇ ਹੈਗੇ ਆ, ਉਹ ਯੂਥ ਨੂੰ ਸਮਝਾਏ ਅਤੇ ਉਹਦੇ ਨਾਲ ਯੂਥ ਜੁੜਿਆ ਹੈਗਾ। ਜਿਹੜਾ ਇੱਕ ਦਬਿਆ ਕੁਚਲਿਆ ਯੂਥ ਸੀ, ਜਿਹਦੇ ਉੱਤੇ ਪੁਲਿਸ ਹਮੇਸ਼ਾ ਡੱਕ ਕੇ ਹਾਵੀ ਹੋ ਕੇ ਉਹਨਾਂ ਨੂੰ ਮਾਰ ਕੁੱਟ ਕੇ ਉਹਨਾਂ ਦੇ ਮੂੰਹ ਤੋਂ ਉਹਨਾਂ ਦੀ ਗੱਲ ਕੱਢਦੀ ਸੀ, ਉਹਨਾਂ ਨੂੰ ਵਾਪਸ ਜਾਗਰੂਕ ਇਸ ਸੰਸਥਾ ਨੇ ਕੀਤਾ। ਅਤੇ ਇਹ ਇੱਕ ਬਹੁਤ ਵੱਡੀ ਸਾਡੀ ਇਸ ਲਹਿਰ ਦੇ ਵਿੱਚ ਜਿੱਤ ਰਹੀ ਹੈਗੀ ਹੈ। ਅਤੇ ਅੰਮ੍ਰਿਤਪਾਲ ਹੁਣੀ ਵੀ ਉਹੀ ਲਹਿਰ ਨੂੰ ਅੱਗੇ ਲੈ ਕੇ ਆ ਰਹੇ ਹੈਗੇ ਆ। ਇਹਦੇ ਵਿੱਚ ਦੇਖੋ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਹਥਿਆਰਬੰਦ ਹੋਣ ਨੂੰ ਕਿਹਾ, ਜਿਸ ਕਰਕੇ ਸੰਵਿਧਾਨ 'ਚ ਵੀ ਆਰਟੀਕਲ 25 ਦੇ ਵਿੱਚ ਪਾਰਟ 2 ਦੇ ਵਿੱਚ ਸਿੱਖਸ ਆਰ ਅਲਾਊਡ ਟੂ ਵੇਅਰ ਐਂਡ ਕੈਰੀ ਦੇ ਕਿਰਪਾਨ, ਠੀਕ ਹੈ ਨਾ ਜੀ। ਅਤੇ ਸੈਲਫ ਡਿਫੈਂਸ ਸਾਡਾ ਹੱਕ ਰਿਹਾ ਹੈਗਾ। ਮੈਂ ਸਮਝਦਾ ਹੈਗਾ ਜੇ ਉਸ ਸਮੇਂ ਅਸੀਂ ਹਥਿਆਰਬੰਦ ਹੁੰਦੇ, ਜਾਂ ਦਿੱਲੀ 'ਚ ਸਾਨੂੰ ਵੱਢ ਮਾਰ ਇਹਨਾਂ ਨੇ ਬਿਲਕੁਲ ਬੁੱਚੜਬਾਜੀ ਕੀਤੀ ਸਾਡੀ, ਤਾਂ ਸ਼ਾਇਦ ਇਹ ਨਾ ਹੋਏ। ਅਤੇ ਅਸੀਂ ਸਮਝਦੇ ਹੈਗੇ ਹਾਂ ਕਿ ਜਿਹੋ ਜਿਹਾ ਵਤੀਰਾ ਸੈਂਟਰ ਦਾ ਪੰਜਾਬ ਕੰਨੀ ਹੈਗਾ, ਅਤੇ ਜਿਵੇਂ ਇਹਨਾਂ ਨੇ ਪੁਲਿਸ KPS ਗਿੱਲ ਵਰਗੇ, ਅਜ਼ਾਰ ਆਲਮ, ਸੁਮੇਧ ਸੈਣੀ ਵਰਗੇ ਸਾਡੇ ਉੱਤੇ ਬੁੱਚੜ ਸੁੱਟੇ ਹੈ ਅਤੇ ਸਾਡਾ ਕਤਲੇਆਮ ਕੀਤਾ ਹੈਗਾ, ਵੀ ਮਸਟ ਹੈਵ ਸਮ ਫਾਰਮ ਆਫ ਡਿਫੈਂਸ। ਅਤੇ ਸਾਨੂੰ ਗੁਰੂ ਸਾਹਿਬਾਨਾਂ ਨੇ ਹੁਕਮ ਕੀਤਾ ਹੈਗਾ ਕਿ ਅਸੀਂ ਆਪਣੇ ਦੇਖ ਰੇਖ ਆਪ ਕਰਨੀ ਹੈਗੀ ਹੈ। ਵੀ ਕਾਂਟ ਐਕਸਪੈਕਟ ਕਿਸੇ ਹੋਰ ਨੇ ਸਾਡੀ ਆ ਕੇ ਉਰੇ ਕਰਨੀ ਹੈਗੀ ਹੈ ਦੇਖ ਰੇਖ। ਸੋ ਆਈ ਥਿੰਕ ਅੰਮ੍ਰਿਤਪਾਲ ਜਿਹੜੀ ਗੱਲ ਕਰ ਰਿਹਾ ਹੈਗਾ, ਉਹ ਇਤਿਹਾਸਿਕ ਤੌਰ 'ਤੇ ਜੋ ਸਾਡੇ ਨਾਲ ਇਸ ਦੇਸ਼ ਦੇ ਵਿੱਚ ਸੰਵਿਧਾਨ ਬਣੇ ਤੋਂ ਬਾਅਦ ਸਾਡੇ ਨਾਲ ਕੀਤਾ ਦੇਸ਼ ਨੇ, ਉਹਨੂੰ ਦੇਖ ਕੇ ਉਹ ਕਾਲ ਕਰ ਰਿਹਾ ਹੈਗਾ ਕਿ ਹੁਣ ਆਪਾਂ ਮੁੜ ਕੇ ਇਹਨਾਂ ਦੇ ਥੱਲੇ ਇਹਨਾਂ ਦੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਅਤੇ ਜੈਨੋਸਾਈਡ ਅਧੀਨ ਸਿੱਖਾਂ ਨੂੰ ਨਹੀਂ ਸ਼ਿਕਾਰ ਬਣਨਾ ਚਾਹੀਦਾ। ਵੀ ਸ਼ੁੱਡ ਬੀ ਕੇਅਰਫੁਲ, ਵੀ ਸ਼ੁੱਡ ਲੁੱਕ ਆਫਟਰ ਫॉर ਆਰ ਸੇਫਟੀ। ਜੀ, ਨਾਲ ਹੀ ਸਰ ਕਈ ਹੋਰ ਜਿਹੜੇ ਸਟਾਰ ਸੀਗੇ ਪਹਿਲਾਂ, ਯੂਥ ਆਇਆ ਜੁੜਿਆ ਇਲੈਕਸ਼ਨਸ ਦੇ ਵਿੱਚ, ਮਾਨ ਸਾਹਿਬ ਦੇ ਨਾਲ ਉਹਨਾਂ ਨੇ ਕੈਂਪੇਨਿੰਗ ਕੀਤੀ। ਇੱਕ ਸੋਨੀਆ ਮਾਨ ਉਹਨਾਂ ਦੇ ਵਿੱਚੋਂ ਇੱਕ ਨਾਮ ਰਿਹਾ। ਅਤੇ ਜਦੋਂ ਭਗਤ ਸਿੰਘ ਬਾਰੇ ਸਟੇਟਮੈਂਟ ਆਈ, ਮਾਨ ਸਾਹਿਬ ਦੀ ਵੀ ਆਈ, ਤੁਹਾਡੀ ਵੀ ਆਈ, ਤੁਸੀਂ ਫੋਟੋ ਲਗਾਉਣ ਦਾ ਵੀ ਵਿਰੋਧ ਕੀਤਾ। ਅਤੇ ਸੋਨੀਆ ਮਾਨ ਦਾ ਇੱਕ ਬਿਆਨ ਆਇਆ ਕਿ ਅਸੀਂ ਮਾਨ ਸਾਹਿਬ ਦੇ ਨਾਲ ਇਸ ਲਈ ਖੜ੍ਹੇ ਸੀ ਕਿ ਉਹ ਪੰਜਾਬ ਦੇ ਹੱਕਾਂ ਲਈ, ਪੰਜਾਬ ਦੇ ਲੋਕਾਂ ਲਈ ਗੱਲ ਕਰਨ। ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਭਗਤ ਸਿੰਘ ਦੀ ਫੋਟੋ 'ਤੇ ਚਰਚਾ ਨਾ ਕਰਨ। ਇਹਦੇ ਬਾਰੇ ਉਹਨਾਂ ਨੇ ਕਿਹਾ,
ਇਹ ਸਵਾਲ ਮੀਡੀਆ ਨੇ ਪੁੱਛਿਆ ਸੀਗਾ ਤੇ ਮੇਰਾ ਖਿਆਲ ਕਰਨਾਲ ਇਹ ਹੋਈ ਸੀਗੀ ਤੇ ਉਹਦੇ ਬਾਰੇ ਹੁਣ ਇਹਨਾਂ ਨੇ ਹਾਈ ਕੋਰਟ 'ਚ ਵੀ ਕੇਸ ਪਾਇਆ ਹੈਗਾ, ਹਾਈ ਕੋਰਟ ਨੇ ਜਵਾਬ ਦਿੱਤਾ ਹੈਗਾ ਤੇ ਮੇਰਾ ਖਿਆਲ ਸੋਨੀਆ ਮਾਨ ਹੁਣ ਹਾਈ ਕੋਰਟ ਨੂੰ ਜਾ ਕੇ ਇਹ ਗੱਲ ਕਹੇ ਕਿ ਜੀ ਤੁਸੀਂ ਭਗਤ ਸਿੰਘ ਬਾਰੇ ਕੀ ਕਹਿ ਰਹੇ ਹੋ। ਅਸੀਂ ਤਾਂ ਜੋ ਕਹਿਣਾ ਸੀ ਕਹਿ ਲਿਆ ਹੈਗਾ, ਹੁਣ ਸੋਨੀਆ ਮਾਨ ਹਾਈ ਕੋਰਟ ਨੂੰ ਜਾ ਕੇ ਕਹੇ ਕਿ ਜੀ ਅਸੀਂ ਤੁਹਾਡੇ ਨਾਲ ਹੁਣ ਨਹੀਂ ਤੁਰ ਸਕਦੇ ਹੈਗੇ ਕਿਉਂਕਿ ਤੁਸੀਂ ਭਗਤ ਸਿੰਘ ਬਾਰੇ ਪੋਜ਼ਿਟਿਵ ਬਿਆਨ ਨਹੀਂ ਦਿੱਤਾ। ਤੁਸੀਂ ਇਕਨੋਮਿਕਸ ਦੇ ਸਟੂਡੈਂਟ ਰਹੇ ਹੋ, ਇਕਨੋਮਿਕਸ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤੇ ਜਿਹੜੇ ਖਾਲਸਾ ਰਾਜ ਦੀ ਤੁਸੀਂ ਗੱਲ ਕਰਦੇ ਹੋ, ਤੁਹਾਡੀ ਪਾਰਟੀ ਗੱਲ ਕਰਦੀ ਆ ਤੇ ਅੰਮ੍ਰਿਤਪਾਲ ਵੀ ਗੱਲ ਕਰਦੇ ਨੇ। ਅੰਮ੍ਰਿਤਪਾਲ ਹੋਰਾਂ ਨੂੰ ਵੀ ਮੇਰਾ ਇਹੀ ਸਵਾਲ ਸੀ ਕਿ ਪੰਜਾਬ ਇਕਨੋਮਿਕਲੀ ਬਹੁਤ ਮਾੜੇ ਹਾਲਾਤਾਂ ਵਿੱਚੋਂ ਲੰਘ ਰਿਹਾ ਤੇ ਜੇ ਅਸੀਂ ਅੱਜ ਦੇ ਸਮੇਂ 'ਚ ਖਾਲਸਾ ਰਾਜ ਦੀ ਗੱਲ ਕਰਦੇ ਹਾਂ, ਜੇ ਸਾਨੂੰ ਸੋਵਰੈਨਿਟੀ ਮਿਲ ਵੀ ਜਾਂਦੀ ਹੈ, ਸਾਡੇ ਕੋਲ ਕੀ ਪਲੈਨਿੰਗ ਹੈ ਕਿ ਅਸੀਂ ਪੰਜਾਬ ਨੂੰ ਉਹੀ ਰੰਗਲਾ ਪੰਜਾਬ, ਉਹੀ ਖਾਲਸਾ ਰਾਜ ਬਣਾ ਪਾਵਾਂਗੇ? ਕਿਉਂਕਿ ਇਕਨੋਮਿਕਲੀ ਅਸੀਂ ਜਿੰਨੇ ਵੀਕ ਹੁੰਦੇ ਜਾਵਾਂਗੇ ਉਨੀ ਸਾਡੀ ਤਾਕਤ ਘਟਦੀ ਜਾਊਗੀ। ਮੇਰਾ ਖਿਆਲ ਇੱਕ ਤਾਂ ਪੰਜਾਬ ਦੀ ਜਿਹੜੀ ਹਿਊਮਨ ਕੈਪੀਟਲ ਹੈ ਉਹਦੇ ਵਿੱਚ ਇਨਵੈਸਟਮੈਂਟ ਕਰਨ ਦੀ ਲੋੜ ਹੈ। ਸਾਨੂੰ ਉਹ ਇਕੋਨਮੀ ਦਾ ਹਿੱਸਾ ਬਣਨ ਦੀ ਲੋੜ ਹੈ ਜਿਹੜੀ ਇੰਟਰਨੈਸ਼ਨਲ ਬਾਰਡਰਸ ਪਾਰ ਇੱਕ ਥਾਂ ਹੋ ਸਕਦੀ ਹੈ, ਜਿਹਦੇ ਵਿੱਚ ਟੈਕਨੋਲੋਜੀ ਅਤੇ ਹੋਰ ਸਾਰੀਆਂ ਚੀਜ਼ਾਂ ਹੋ ਸਕਦੀਆਂ। ਪਰ ਸਭ ਤੋਂ ਵੱਡੀ ਸਾਡੀ ਜਿਹੜੀ ਇਕੋਨਮੀ ਦੀ ਡਾਊਨਫਾਲ ਆਈ ਹੈ ਜਦ ਪਾਰਟੀਸ਼ਨ ਹੋਈ ਹੈ, 70% ਪੰਜਾਬ ਦਾ ਟਰੇਡ ਦੂਜੇ ਪੰਜਾਬ ਨਾਲ ਹੁੰਦਾ ਸੀਗਾ ਤੇ ਉਹ ਜਦ ਬਾਰਡਰ ਇਹਨਾਂ ਨੇ ਸੀਲ ਕਰਤੇ, ਇਹਨਾਂ ਨੇ ਵਿਤਕਰਾ ਅਤੇ ਲੜਾਈਆਂ ਮੁਸਲਮਾਨ ਭਰਾਵਾਂ ਨਾਲ ਸ਼ੁਰੂ ਕੀਤੀਆਂ ਹੈਗੀਆਂ, ਉਹ ਜਿਹੜੀ ਸਾਡੀ ਟਰੇਡ ਖਤਮ ਹੋਈ ਹੈ ਉਹਦਾ ਇੱਕ ਬਹੁਤ ਵੱਡਾ ਨੁਕਸਾਨ ਹੋਇਆ। ਹੁਣ ਸਾਡੇ ਉਰੇ ਨਾਲੇ ਨਾਭਾ ਹੈਗਾ, ਲੁਧਿਆਣਾ ਹੈਗਾ, ਇੱਥੇ ਐਗਰੀਕਲਚਰ ਮਸ਼ੀਨਰੀ ਬਣਦੀ ਹੈ ਜਿਹੜੀ ਉਰੇ ਰੀਪਰ ਕੋਈ 80,000 ਲੱਖ ਰੁਪਏ ਦਾ ਹੈਗਾ, ਉੱਥੇ ਜਾ ਕੇ ਉਹ ਰੀਪਰ ਬਹੁਤ ਮਹਿੰਗਾ ਵਿਕਦਾ ਹੈਗਾ ਪਾਕਿਸਤਾਨ ਬਾਰਡਰ ਪਾਰ, ਮਾਫ ਕਰਨਾ ਜੀ। ਅਤੇ ਉਹ ਜਿਹੜਾ ਹੁਣ ਬਣਦੀ ਹੈ ਉਰੇ ਮਸ਼ੀਨਰੀ, ਉਹ ਇੱਥੋਂ ਬਣ ਕੇ ਟਰੱਕ ਦੇ ਉੱਤੇ ਲੱਦ ਕੇ ਜਾਂਦੀ ਹੈਗੀ ਹੈ ਗੁਜਰਾਤ ਉੱਥੇ ਗਦਾਊਨ 'ਚ ਰੱਖਦੇ ਆ ਗੁਜਰਾਤੀ ਫਿਰ ਆਪਣੀ ਗੁਜਰਾਤੀ ਕਿਸ਼ਤੀ 'ਤੇ ਪਾ ਕੇ ਜਾਂ ਦੁਬਈ ਜਾਂ ਕਰਾਚੀ ਭੇਜਦੇ ਆ, ਫਿਰ ਦੁਬਈ ਤੋਂ ਕਰਾਚੀ ਭੇਜਦੇ ਆ, ਉੱਥੇ ਫਿਰ ਸਿੰਧੀ ਭਰਾ ਸਾਡਾ ਲਾ ਕੇ ਟਰੱਕ 'ਚ ਪਾ ਕੇ ਫਿਰ ਪੰਜਾਬ ਤਾਈਂ ਲੈ ਕੇ ਜਾਂਦਾ ਹੈਗਾ। ਜਦ ਕਿ ਉਰੇ 200 ਕਿਲੋਮੀਟਰ ਦੂਰ ਸਾਡੇ ਤੋਂ ਵਾਹਗਾ ਹੈਗਾ, ਹੁਸੈਨੀ ਵਾਲਾ ਹੈਗਾ, ਸਾਰੇ ਬਾਰਡਰ ਸਾਡੇ ਹੈਗੇ ਆ, ਉਹ ਸਾਰਾ ਪੈਸਾ ਖਾਈ ਜਾ ਰਿਹਾ ਹੈਗਾ ਗੁਜਰਾਤ। ਠੀਕ ਹੈ ਨਾ ਜੀ। ਸੋ ਸਾਨੂੰ ਤਾਂ ਇਹ ਸ਼ਰੇਆਮ ਲੁੱਟ ਰਹੇ ਆ, ਸਾਨੂੰ ਐਕਸੈਸ ਨਹੀਂ ਦੇ ਰਹੇ ਹੈਗੇ। ਇਹਨਾਂ ਨੂੰ ਸਾਡਾ ਬਾਰਡਰ ਖੋਲ੍ਹ ਕੇ ਸਾਨੂੰ ਆਵਾਜਾਈ ਕਰਕੇ ਸਾਡੇ ਵਿਛੜੇ ਗੁਰਧਾਮਾਂ ਦੀਆਂ ਅਰਦਾਸਾਂ ਅਸੀਂ ਕਰਦੇ ਹਾਂ। ਟਰੇਡ ਜਿਹੜਾ ਸੈਂਟਰਲ ਏਸ਼ੀਆ ਨਾਲ ਹੈਗਾ, ਉੱਥੋਂ ਜਿਹੜਾ ਆਇਲ ਐਂਡ ਗੈਸ ਆ ਸਕਦਾ ਹੈਗਾ। ਹੁਣ ਬਲੋਚਿਸਤਾਨ ਦਾ ਬਹੁਤ ਵਧੀਆ ਸੀਮੈਂਟ ਆਉਂਦਾ ਹੈਗਾ, ਜਦ ਬਾਰਡਰ ਖੁੱਲ੍ਹਾ ਸੀ 250 ਰੁਪਏ ਦਾ ਕੱਟਾ ਸੀਮੈਂਟ ਦਾ ਹੁੰਦਾ ਸੀਗਾ, ਅਤੇ ਹੁਣ ਤੁਸੀਂ ਦੇਖ ਲਓ 400 ਦੇ ਕਰੀਬ ਪਹੁੰਚਿਆ ਹੋਇਆ। ਰੇਤਾ ਬਜਰੀ ਇਸ ਸਰਕਾਰ ਨੇ ਇੰਨੀ ਮਹਿੰਗੀ ਕਰਤੀ ਹੈਗੀ ਹੈ। ਸੋ ਮੈਂ ਸਮਝਦਾ ਹੈਗਾ ਜਿਹੜੇ ਪੰਜਾਬ ਦਾ ਇਕੋਨਮੀ ਦਾ ਪੋਟੈਂਸ਼ੀਅਲ ਹੈ ਉਹ ਇਕੱਲਾ ਭਾਰਤ ਨਾਲ ਟਰੇਡ ਨਹੀਂ, ਪਰ ਸਾਰੇ ਹੋਰ ਮੁਲਕਾਂ ਨਾਲ ਟਰੇਡ ਕਰਕੇ ਵੀ ਹੈ, ਜਿਹੜਾ ਕਿ ਭਾਰਤ ਨੇ ਸਾਨੂੰ ਬੰਦ ਕੀਤਾ ਹੋਇਆ ਹੈਗਾ। ਮੈਂ ਇਹ ਵੀ ਸਮਝਦਾ ਹੈਗਾ ਕਿ ਕੋਈ ਵੀ ਸਿਆਣੇ ਜਿਹੜੇ ਦੇਸ਼ ਹੈ ਆਪਸ ਦੇ ਵਿੱਚ ਤਾਂ ਟਰੇਡ ਖੋਲ੍ਹਦੇ ਆ ਤਾਂ ਇੱਕ ਦੂਜੇ ਦਾ ਪੋਟੈਂਸ਼ੀਅਲ ਸਾਰਿਆਂ ਦਾ ਉੱਠਦਾ ਹੈਗਾ। ਇਹਦੇ ਵਿੱਚ ਜੇ ਤੁਸੀਂ ਨਾਫਟਾ ਦੇਖੋ, ਨਾਰਥ ਅਮਰੀਕਨ ਫ੍ਰੀ ਟਰੇਡ ਐਸੋਸੀਏਸ਼ਨ, ਮੈਕਸੀਕੋ, ਅਮਰੀਕਾ ਅਤੇ ਕੈਨੇਡਾ ਦਾ ਸਾਂਝ ਹੈਗਾ। ਕਿਤੇ ਵੀ ਟਰੱਕ ਤੁਸੀਂ ਮੈਕਸੀਕੋ ਦੇ ਥੱਲੇ ਤੋਂ ਲੈ ਕੇ ਕੈਨੇਡਾ ਦੇ ਸਿਰੇ ਤਾਈਂ ਲੈ ਕੇ ਜਾ ਸਕਦੇ ਹੈਗੇ। ਅਤੇ ਫਿਰ ਇਹ ਸਾਡਾ ਇੱਧਰ ਸਾਊਥ ਏਸ਼ੀਆ 'ਚ ਕਿਉਂ ਨਹੀਂ ਹੈਗਾ? ਕਿਉਂਕਿ ਇਹਨਾਂ ਨੇ ਲੜਾਈਆਂ ਵਿਤਕਰੇ ਹਮੇਸ਼ਾ ਇਹਨਾਂ ਨੇ ਮੁਸਲਮਾਨਾਂ ਨਾਲ ਲੜਾਈਆਂ ਪਾਣੀਆਂ ਹੈਗੀਆਂ, ਅਤੇ ਇਹ ਸਾਡੇ ਘਾਟੇ ਹੈਗੇ ਆ। ਅਤੇ ਇਫ ਯੂ ਹੈਵ ਓਪਨ ਬਾਰਡਰ ਪੋਲਿਸੀ ਐਂਡ ਯੂ ਆਰ ਵਿਲਿੰਗ ਟੂ ਸ਼ੇਅਰ ਐਂਡ ਵਰਕ ਆਊਟ ਮੀਨਸ, ਤਾਂ ਆਈ ਥਿੰਕ ਇੱਕ ਬਹੁਤ ਵੈਲਿਊਬਲ ਸਾਡਾ ਐਸਟ ਹੈਗਾ, ਜਿਸ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਇੰਡੀਆ ਨਾਲ ਟਰੇਡ ਨਹੀਂ ਕਰਨਾ ਚਾਹੁੰਦੇ, ਇਹਦੇ ਵਿੱਚ ਬਸਣਾ ਨਾ ਵਪਾਰਿਕ ਤੌਰ 'ਤੇ ਬਸਣਾ ਨਹੀਂ ਚਾਹੁੰਦੇ, ਕੰਮ ਨਹੀਂ ਕਰਨਾ ਚਾਹੁੰਦੇ। ਅਸੀਂ ਇਹੀ ਚਾਹੁੰਦੇ ਹਾਂ ਕਿ ਸਾਨੂੰ ਘੁੱਟ ਕੇ ਇੱਕ ਥਾਂ ਆਪਣੇ ਜੈ ਜਵਾਨ ਕਰਕੇ ਬਾਰਡਰਾਂ 'ਤੇ ਮਾਰੀ ਨਾ ਜਾਓ। ਅਸੀਂ ਤਾਂ ਸਾਰੇ ਨਾਲ ਬਣਾ ਕੇ ਰੱਖਣਾ ਚਾਹੁੰਦੇ ਹੈਗੇ ਹਾਂ। ਸੋ ਮੇਰਾ ਖਿਆਲ ਹੈ ਕਿ ਜਿਹੜਾ ਪੰਜਾਬ ਦਾ ਪੋਟੈਂਸ਼ੀਅਲ ਹੈ, ਇਹਨਾਂ ਨੇ ਸਿਰਫ ਅਤੇ ਸਿਰਫ ਗ੍ਰੀਨ ਰੈਵੋਲਿਊਸ਼ਨ ਦਾ ਸਾਡੇ ਉੱਤੇ ਕਹਿ ਦਿੰਦੇ ਆ ਕਿ ਬਹੁਤ ਵੱਡਾ ਆਸਾਨ ਕੀਤਾ ਹੈਗਾ, ਪਰ ਸਾਡੀ ਜਿਹੜੀ ਟਰੇਡਿੰਗ ਕਮਿਊਨਿਟੀਜ਼ ਹੈ, ਜਿਹੜਾ ਸਾਡਾ ਉਰੇ ਟੈਕਨੋਲੋਜੀ ਹੈ, ਇਸ ਕਰਕੇ ਨਹੀਂ ਆਉਂਦੀ ਕਿਉਂਕਿ ਇੰਡੀਅਨ ਇੰਸਟੀਚਿਊਟ ਆਫ ਸਾਇੰਸ, IIT ਸਾਰੇ ਥੱਲੇ ਪੰਜਾਬ ਦੇ ਹਿੱਸੇ 'ਚ ਰੱਖੇ ਗਏ ਆ, ਕਿਉਂਕਿ ਉੱਥੇ ਜੰਗ ਦਾ ਖਤਰਾ ਨਹੀਂ ਹੈਗਾ, ਸਟੇਬਿਲਿਟੀ ਹੈਗੀ ਹੈ। ਤਾਂ ਇੱਥੇ ਸਾਨੂੰ ਲੜਾਈਆਂ 'ਚ ਫਸਾ ਕੇ ਇਹਨਾਂ ਨੇ ਇਹ ਹਾਲ ਸਾਡਾ ਕੀਤਾ ਹੋਇਆ, ਅਤੇ ਇਸ ਕਰਕੇ ਆਈ ਥਿੰਕ ਦੇयर ਇਜ਼ ਅ ਗ੍ਰੇਟ ਪੋਟੈਂਸ਼ੀਅਲ ਫॉर ਦ ਇਕਨੋਮਿਕ ਗਰੋਥ ਆਫ ਪੰਜਾਬ। ਜਦੋਂ ਅਸੀਂ ਪਾਕਿਸਤਾਨ ਨਾਲ ਰਿਲੇਸ਼ਨਸ ਦੀ ਗੱਲ ਕਰਦੇ ਹਾਂ ਆਪਣੇ ਪੰਜਾਬ ਦੀ ਜਾਂ ਭਾਰਤ ਦੀ,
ਤੇ ਅਸੀਂ ਥੋੜ੍ਹਾ ਪਿੱਛੇ ਜਾਈਏ ਤਾਂ ਜਦੋਂ ਵੰਡ ਹੋਈ ਹੈ ਉਦੋਂ ਵੀ ਪੰਜਾਬ ਦਾ ਹੀ ਨੁਕਸਾਨ ਹੋਇਆ, ਉਦੋਂ 10 ਲੱਖ ਲੋਕੀ ਮਰੇ ਆ, ਪੰਜਾਬ ਦੇ ਹੀ ਲੋਕੀ ਮਰੇ ਆ, ਅਤੇ ਉਦੋਂ ਵੀ ਅਸੀਂ ਇਕੱਠੇ ਨਹੀਂ ਰਹਿ ਪਾਏ। ਉਸ ਤੋਂ ਬਾਅਦ ਵੀ ਇਹੋ ਜਿਹੀਆਂ ਘਟਨਾਵਾਂ ਹਰ ਥਾਂ ਹੀ ਹੁੰਦੀਆਂ। ਪਾਕਿਸਤਾਨ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜਿਆ ਜਾਂਦਾ ਹੈ, ਉੱਥੇ ਗੁਰਦੁਆਰਿਆਂ 'ਤੇ ਵੀ ਗੁਰਧਾਮਾਂ 'ਤੇ ਵੀ ਅਟੈਕ ਕੀਤੇ ਜਾਂਦੇ ਆ। ਇਹੋ ਜਿਹੇ ਸ਼ਰਾਰਤੀ ਲੋਕ, ਇਹੋ ਜਿਹੇ ਮੌਕਾ ਪ੍ਰਸਤ ਲੋਕ ਹਰ ਕਮਿਊਨਿਟੀ ਦੇ ਵਿੱਚ, ਹਰ ਦੇਸ਼ ਦੇ ਵਿੱਚ, ਹਰ ਕੌਮ ਦੇ ਵਿੱਚ ਹੁੰਦੇ ਆ। ਅਤੇ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ, ਪੰਜਾਬ ਦੀ ਸਵਰੈਂਟੀ ਦੀ ਗੱਲ ਕਰਦੇ ਹਾਂ, ਅਤੇ ਪੰਜਾਬ ਦੇ ਵਿੱਚ ਵੀ ਇਹੋ ਜਿਹੇ ਲੋਕ ਹੋਣਗੇ ਜਿਹੜੇ ਗੁਰਧਾਮਾਂ 'ਤੇ ਜਾਂ ਸਿੱਖ ਹਿੰਦੂ ਨੂੰ ਲੜਾਉਣ ਦੀ ਗੱਲ ਕਰਨੀ, ਜਾਂ ਹਿੰਦੂ ਮੁਸਲਮਾਨ ਨੂੰ, ਸਿੱਖ ਮੁਸਲਮਾਨ ਨੂੰ ਲੜਾਉਣ ਦੀ ਗੱਲ ਕਰਨੀ ਹੈ। ਉਹ ਪਹਿਲਾਂ ਵੀ ਹੁੰਦੀ ਆਈ ਹੈ, ਹੁਣ ਵੀ ਹੁੰਦੀ ਹੈ, ਅਤੇ ਅੱਗੇ ਤੋਂ ਵੀ ਹੁੰਦੀ ਰਹਿਣੀ ਹੈ, ਕਿਉਂਕਿ ਇਸ ਤਰ੍ਹਾਂ ਦੀ ਸੋਚ ਦੇ ਲੋਕ ਹੈਗੇ ਆ। ਉਹਨੂੰ ਕਿਵੇਂ ਟੈਕਲ ਕੀਤਾ ਜਾ ਸਕਦਾ, ਉਹਦੇ ਤੋਂ ਕਿਵੇਂ ਬਚਿਆ ਜਾ ਸਕਦਾ, ਕਿਵੇਂ ਪੰਜਾਬ ਨੂੰ ਬਚਾਇਆ ਜਾ ਸਕਦਾ? ਇਸ 'ਚ ਸਭ ਤੋਂ ਵੱਡਾ ਜਿਹੜਾ ਇਸ ਕੰਮ ਦਾ ਦੋਸ਼ੀ ਹੈ, ਜੋ ਮੈਂ ਦੇਖ ਸਕਦਾ ਹੈਗਾ, ਉਹ RSS BJP ਹੈ, ਜਿਨ੍ਹਾਂ ਨੇ ਇੱਕ ਬਾਬਰੀ ਮਸਜਿਦ ਨੂੰ ਢਾਹ ਕੇ ਉਹਦੇ ਉੱਤੇ ਭਾਰਤ ਦਾ ਸੰਵਿਧਾਨ ਦੇ ਉਲਟ ਵੀ ਇਹਨਾਂ ਨੇ ਉੱਥੇ ਮੰਦਿਰ ਬਣਾਤਾ, ਫਿਰ ਕਾਨੂੰਨ ਬਣਾਤਾ ਕਿ ਕਦੀ ਹੋਰ ਇਹ ਹੋ ਨਹੀਂ ਸਕਦਾ, ਜਿਹਨੂੰ ਸੁਬਰਮਨਿਅਨ ਸਵਾਮੀ ਵਰਗੇ ਚੈਲੰਜ ਕਰ ਰਹੇ ਆ ਕਿ ਅਸੀਂ ਹੋਰ ਵੀ ਕਰਨਾ ਹੈਗਾ, ਇਤਿਹਾਸਿਕ ਤੌਰ 'ਤੇ ਤਬਦੀਲੀਆਂ ਕਰਨੀਆਂ ਹੈਗੀਆਂ। ਹੁਣ ਇਹ ਜਦ ਮੁੱਖ ਧਾਰਾ ਦੇ ਮੁਖੀ ਬਣੇ ਹੋਏ ਆ, ਸਾਰਾ ਸਟੇਟ ਇਹਨਾਂ ਦੇ ਹੱਥ ਹੈ, ਇਹ ਹਰੇਕ ਕੋਈ ਵੀ ਸਿੱਖ ਹੋਏ ਉਹਦੇ ਉੱਤੇ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਲਾ ਦਿੰਦੇ ਆ। ਇਹਨਾਂ ਦੇ ਜਿਹੜੇ ਬੁਲਾਰੇ ਤਿੱਤਰ ਹੈਗੇ ਆ, ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਣੀ, ਉਹ ED ਦੀ ਕੇਸ ਲਾ ਕੇ ਕਿਸੇ ਨੂੰ ਆਪਣਾ ਮਨ ਤਬਦੀਲ ਕਰਦੇ ਆ, ਪ੍ਰੈਸ਼ਰ ਪਾਉਂਦੇ ਆ। ਸੋ ਇਹ ਜਿਹੜਾ ਇੰਡੀਅਨ ਸਿਸਟਮ 'ਚ ਵੱਸ ਗਿਆ ਹੈਗਾ, ਇਹ ਹੁਣ ਕਿਵੇਂ ਆਪਾਂ ਇਹਨੂੰ ਹੈਂਡਲ ਕਰਨਾ, ਕਿਵੇਂ ਨਹੀਂ, ਇਹਦਾ ਰਿਐਕਸ਼ਨ ਜਿਹੜਾ ਸਿੱਖ ਕੌਮ ਦਾ ਉਹ ਇਹੀ ਹੈ ਕਿ ਜੇ ਤੁਸੀਂ, ਅਤੇ ਇਹ ਅਸੀਂ ਇਕੱਲੀ ਸਿੱਖ ਕੌਮ ਨਹੀਂ ਕਹਿ ਰਹੇ, ਡਾਕਟਰ BR ਅੰਬੇਦਕਰ ਜਿਨ੍ਹਾਂ ਨੇ ਕਨਸਟੀਟਿਊਸ਼ਨ ਬਣਾਈ ਸੀਗੀ, ਉਹਨਾਂ ਨੇ ਵੀ 1953 ਦੇ ਵਿੱਚ ਰਾਜ ਸਭਾ ਮੈਂਬਰ ਹੋਣ ਦੇ ਨਾਤੇ ਸਪਸ਼ਟ ਕਿਹਾ ਸੀਗਾ ਕਿ ਮੈਂ ਰਿਜੈਕਟ ਕਰਦਾ ਇੰਡੀਅਨ ਕਨਸਟੀਟਿਊਸ਼ਨ ਨੂੰ। ਇਹ ਮੁੱਖ ਧਾਰਾ ਦਾ ਇੱਕ ਬੁਲਾਰਾ, ਮੁੱਖ ਧਾਰਾ ਦੀ ਬਣੀ ਹੋਈ ਹੈ, ਔਰ ਇਹ ਮਾਈਨੋਰਿਟੀਜ਼ ਨੂੰ ਓਪਰੈਸ ਕਰ ਰਹੇ ਹੈਗੇ ਆ। ਆਈ ਰਿਜੈਕਟ ਇਟ, ਅਤੇ ਇਹ ਮੇਰੀ ਸੁਵਿਧਾ ਨਹੀਂ ਹੈ। ਠੀਕ ਹੈ ਨਾ ਜੀ। ਸੋ ਅਸੀਂ ਇਕੱਲੇ ਨਹੀਂ ਹੈਗੇ ਜਿਹੜਾ ਇਹ ਬੋਝ ਮੁੱਖ ਧਾਰੇ ਦਾ ਅਸੀਂ ਦੇਖਦੇ ਹਾਂ। ਡਾਕਟਰ BR ਅੰਬੇਦਕਰ ਨੇ ਵੀ ਇਹਦੇ ਬਰਖਲਾਫ ਆਵਾਜ਼ ਉਠਾਈ ਹੋਈ ਹੈਗੀ ਹੈ, ਅਤੇ ਇਹਨੂੰ ਅਵੋਇਡ ਕਰਨਾ, ਮੇਰਾ ਖਿਆਲ ਤੁਸੀਂ ਆਪਣੀਆਂ ਪ੍ਰੋਬਲਮਸ ਪਹਿਲਾਂ ਸਿੱਖ ਕੌਮ ਦੀਆਂ ਕਿ ਜੇ ਐਂ ਹੋ ਗਿਆ ਫਿਰ ਕੀ ਹੋਊਗਾ, ਪਰ ਜੋ ਹੋ ਰਿਹਾ, ਜੋ RSS BJP ਕਾਂਗਰਸ ਕਰ ਰਹੀ ਹੈ, ਉਹਦੇ ਬਾਰੇ ਤੁਸੀਂ ਚਿੰਤਤ ਪ੍ਰਗਟਾ ਨਹੀਂ ਕਰਦੇ ਹੈਗੇ। ਮੈਨੂੰ ਬੜੀ ਅਜੀਬ ਗੱਲ ਲੱਗਦੀ ਹੈਗੀ ਕਿ ਬਾਰ-ਬਾਰ ਤੁਸੀਂ ਖਾਲਿਸਤਾਨ ਦੇ ਵਿੱਚ ਕੀ ਕਮੀ ਹੋ ਸਕਦੀ ਹੈ ਉਹਦੀ ਗੱਲ ਕਰ ਰਹੇ ਹੋ, ਪਰ ਜੋ ਸਾਡੇ ਨਾਲ ਬੀਤਿਆ ਉਹਦੇ ਬਾਰੇ ਆਪਾਂ ਕਿਉਂ ਨਹੀਂ ਸੋਚ ਰਹੇ ਹੈਗੇ। ਭਾਈ ਇਹਨਾਂ ਨੇ ਇਹ ਕੀਤਾ ਹੈਗਾ, ਸਾਡੇ ਗੁਰੂ ਘਰ ਢਾਏ ਹੈਗੇ ਆ, ਸਾਡਾ ਸ਼ਿਕਾਰ ਕੀਤਾ, ਸਾਡਾ ਜੈਨੋਸਾਈਡ ਕੀਤਾ ਹੈਗਾ, ਸਾਡੀ ਹਿਊਮਨ ਰਾਈਟਸ ਦੇ ਉੱਤੇ ਇਹਨਾਂ ਨੇ ਕਾਨੂੰਨ, ਐਂਟੀ ਹਿਊਮਨ ਰਾਈਟਸ ਕਾਨੂੰਨ ਟਾਡਾ, US ਸਾਰੇ ਸਾਡੇ ਉੱਤੇ ਲਾਗੂ ਕੀਤੇ ਆ, ਅਤੇ ਸਾਡੇ ਬੀਬੀਆਂ ਦਾ ਰੇਪ ਕੀਤਾ, ਮਰਡਰ ਕੀਤਾ, ਬੱਚੇ ਮਾਰੇ ਆ। ਹੁਣ ਵੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਗਾਇਬ ਆ। ਬਰਗਾੜੀ ਦੇ ਵਿੱਚ ਜਿਹੜੇ ਪੀਸਫੁਲੀ ਬੈਠੇ ਆਪਣੇ ਗੁਰੂ ਸਾਹਿਬ ਦੇ ਇਨਸਾਫ ਵਾਸਤੇ ਬੈਠੇ ਸੀ, ਉਹਨੂੰ ਪੁਲਿਸ ਨੇ, ਸੁਮੇਧ ਸੈਣੀ ਹੋਰਾਂ ਨੇ, ਅਤੇ BJP ਦੀ ਸਰਕਾਰ ਉਰੇ ਸੀਗੀ ਜਿਹਦੇ ਵਿੱਚ ਬਾਦਲ ਮੁਖੀ ਸੀਗਾ, ਉਹਨਾਂ ਨੇ ਗੋਲੀਆਂ ਮਾਰ ਕੇ 2 ਬੰਦੇ ਖਤਮ ਕਰਤੇ ਹੈਗੇ। ਉਹਦਾ ਇਨਸਾਫ ਨਹੀਂ ਆਇਆ। ਜਿਹੜੀ ਬੁਲਟ ਚੱਲੀ ਸੀ ਪੁਲਿਸ ਤੋਂ, ਉਹ ਸਾਰੀ ਟੈਂਪਰ ਹੋਈ ਹੈ। ਕਿਹਨੇ ਕੀਤਾ? ਸਟੇਟ ਨੇ ਕੀਤਾ। ਇਹ ਮਤਲਬ ਲਗਾਤਾਰ ਸਾਡੇ ਨਾਲ ਵਿਤਕਰਾ ਹੋ ਰਿਹਾ ਹੈਗਾ, ਅਤੇ ਅਸੀਂ ਕਹਿ ਰਹੇ ਹਾਂ ਕਿ ਜੀ ਜੇ ਖਾਲਿਸਤਾਨ ਹੋ ਗਿਆ ਤਾਂ ਫਿਰ ਇਨਸਾਫ ਕੌਣ ਦੇਊਗਾ, ਇਹ ਕੌਣ ਕਰੂਗਾ? ਭਰਾਵਾ, ਜਿਹੜਾ ਤੁਹਾਡੇ ਨਾਲ ਬੇਇਨਸਾਫ ਹੋ ਰਿਹਾ ਉਹਦੇ ਬਾਰੇ ਤਾਂ ਤੁਸੀਂ ਦੇਖੋ ਕੀ ਕਰਨਾ ਹੈਗਾ। ਕਦੇ ਇਹ ਹੋ ਸਕਦਾ ਕਿ ਅਸੀਂ ਜਿਵੇਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ, ਜੇ ਅਸੀਂ ਭਾਰਤ ਦੇ ਵਿੱਚ ਜਿਵੇਂ ਮਨਮੋਹਨ ਸਿੰਘ ਇੱਕ ਪ੍ਰਮੁੱਖ ਅਹੁਦੇ 'ਤੇ ਪਹੁੰਚੇ ਸੀ, ਅਤੇ ਪੰਜਾਬ ਦੇ ਹੋਰ ਵੀ ਸਿੱਖ ਕਮਿਊਨਿਟੀ ਦੇ ਲੋਕ ਜਾਂ ਹੋਰ ਵੀ ਇਸ ਸੋਚ ਦੇ ਲੋਕ, ਚਾਹੇ ਉਹ ਕਿਸੇ ਵੀ ਕਮਿਊਨਿਟੀ ਤੋਂ ਹੋਣ, ਉਹ ਜੇ ਭਾਰਤ ਦੀਆਂ ਉੱਚ ਅਹੁਦਿਆਂ 'ਤੇ ਪਹੁੰਚਣ ਅਤੇ ਉਹ ਇਹੀ ਸਾਰਾ ਕੁਛ ਬਿਲਕੁਲ ਲਾਗੂ ਕਰ ਦੇਣ। ਸਰ, ਮਨਮੋਹਨ ਸਿੰਘ 2 ਵਾਰੀ ਪ੍ਰਾਈਮ ਮਿਨਿਸਟਰ ਰਹੇ ਹੈ। 1984 ਦੇ ਕਤਲੇਆਮ ਦਾ ਉਹਨਾਂ ਨੇ ਇੱਕ ਵੀ ਇਨਸਾਫ ਸਾਨੂੰ ਦਿਵਾਇਆ? ਸੁਨਾਟਾ ਹੈ, ਸੁਨਾਟਾ। ਕੁਛ ਨਹੀਂ ਕੀਤਾ ਉਹਨਾਂ ਨੇ। ਉਹ ਤੁਹਾਡੇ ਕਤਲੇਆਮ ਨੂੰ ਐਜ਼ ਪਰ ਦ ਲਾਜ਼ ਆਫ ਇੰਡੀਆ, ਐਜ਼ ਪਰ ਦ ਕੌਨਸਟੀਟਿਊਸ਼ਨ ਆਫ ਇੰਡੀਆ ਬਿਲਕੁਲ ਇਗਨੋਰ ਕਰ ਗਏ। This is not a solution. Justice is a solution. Prompt action is a solution.
justice delayed is justice denied. He has done nothing in this sense. ठीक है ना जी। ਉਹ ਬੜੇ ਸੋਚ ਕੇ ਬੋਲਦੇ ਸੀਗੇ, ਉਹਨਾਂ ਦੀ ਰਿਸਪੈਕਟ ਬਹੁਤ ਹੈਗੀ ਹੈ ਕਿ ਵਿਦਵਾਨ ਸੀਗੇ, ਪਰ ਹੁਣ ਉਹ ਵਿਦਵਾਨੀ ਦਾ ਜਿਹੜੀ ਬੀਬੀ ਨੇ ਆਪਣੇ ਸਾਹਮਣੇ ਆਪਣੇ ਬੱਚੇ ਤੇ ਖਸਮ ਦਾ ਬੁੱਚੜਬਾਜੀ ਕੀਤੀ ਹੋਈ ਹੈ, ਉਹ ਦੇਖਿਆ ਹੈ, ਜਿਹੜੀ ਦਿਮਾਗੋਂ ਹਿੱਲੀ ਹੋਈ ਹੈ, ਉਹਨੂੰ ਮੈਨੂੰ ਦੱਸੋ ਉਹ ਕੀ ਕਰੂਗੀ? ਕਿ ਕੋਈ ਸਿਆਣਾ ਬਾਣਾ ਹੈਗਾ, ਜਦ ਉਹਨੂੰ ਲੋੜ ਸੀ ਉਦੋਂ ਕਿੱਥੇ ਸੀਗੀ? ਇੰਡੀਆ ਇਜ਼ ਦਾ ਦਿੱਲੀ ਇਜ਼ ਦਾ ਕੈਪੀਟਲ ਆਫ ਇੰਡੀਆ। ਆਰਮੀ, ਨੇਵੀ, 에ਅਰਫੋਰਸ, ITBP, BSF, CRP, ਰੇਲਵੇ ਫੋਰਸ, ਸਾਰਾ ਕੁਛ ਦਿੱਲੀ 'ਚ ਹੈਡਕੁਆਟਰਡ ਹੈ। ਕਿੱਥੇ ਸੀਗੇ ਜਦ ਸਿੱਖਾਂ ਨੂੰ ਕਤਲੇਆਮ ਕੀਤਾ? ਵੇਅਰ ਵਾਜ਼ ਦ ਜਸਟਿਸ? ਵੇਅਰ ਵਾਜ਼ ਇੰਡੀਆ? ਇਟ ਵਾਜ਼ ਨਾਟ ਦੇਅਰ। And if it happened, where was the justice? Where was the Supreme Court? Where were the legislatures? Where was Dr. Manmohan Singh? What did he do? He was finance minister under Narasimha Rao. Did he do anything about it? This is a case ਕਿ ਤੁਹਾਡੇ ਜਿਨ੍ਹਾਂ ਕਤਲੇਆਮ ਕੀਤਾ ਹੈ ਉਹਦੇ ਤੁਸੀਂ ਹੋਰ ਚੰਗੇ ਨੌਕਰ ਬਣ ਕੇ, ਠੀਕ ਹੈ ਨਾ ਜੀ, ਉਹਨਾਂ ਦੀ ਹੋਰ ਸੇਵਾ ਕਰਕੇ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਮੈਨੂੰ ਪਿਆਰ ਕਰੋ, ਮੈਨੂੰ ਆਪਣਾ ਬਣਾਓ, ਪਰ ਤੁਹਾਡੇ ਨਾਲ ਤਾਂ ਵੀ ਵਿਤਕਰੇ ਹੋ ਰਹੇ ਹੈਗੇ ਆ। ਬਰਗਾੜੀ 'ਚ ਉਹਨਾਂ ਨੇ ਤੁਹਾਨੂੰ ਮਾਰਤਾ ਹੈਗਾ, ਯੂ ਸਟਿਲ ਡੋਂਟ ਗੈਟ ਜਸਟਿਸ। ਸੋ ਮੈਨੂੰ ਤੁਸੀਂ ਦੱਸੋ, ਐਜ਼ ਅ ਰੀਜ਼ਨੇਬਲ ਹਿਊਮਨ ਬੀਇੰਗ ਹੂ ਕੇਅਰਸ ਫॉर ਹਿਜ਼ ਲਾਈਫ, how can I think of Dr. Manmohan Singh as a savior? He may have done great things, but he can't, he has not got justice for me. ਜੀ, ਪੰਜਾਬ ਦੇ ਵਿੱਚ ਜਦੋਂ ਵੀ ਅਸੀਂ ਗੱਲ ਕਰਦੇ ਹਾਂ 70 ਔਰ 80 ਦੇ ਦਹਾਕੇ ਦੀ, ਤੇ ਪੰਜਾਬ ਦੇ ਕਈ ਪਰਿਵਾਰ ਅੱਜ ਵੀ ਸਹਿਮ ਜਾਂਦੇ ਆ। ਪੰਜਾਬ ਦੇ ਕਈ ਪਰਿਵਾਰ ਜਿਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਹੀ ਗਵਾਤੇ, ਕਈ ਪਰਿਵਾਰਕ ਮੈਂਬਰ ਗਵਾਤੇ, ਕਈਆਂ ਦੇ ਕੇਸ ਹਜੇ ਵੀ ਚੱਲੀ ਜਾਂਦੇ ਆ ਕੋਰਟਾਂ ਦੇ ਵਿੱਚ। ਮੈਂ ਵਕੀਲ ਸਾਹਿਬ ਨੂੰ ਵੀ ਮਿਲਿਆ ਜੋ ਕਈ ਖਾੜਕੂ ਸਿੰਘਾਂ ਦੇ ਕੇਸ ਲੜ ਰਹੇ ਆ ਜਿਹੜੇ, ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਦੇ ਘਰਾਂ ਦੇ ਚੁੱਲ੍ਹੇ ਅੱਜ ਵੀ ਠੰਡੇ ਨੇ, ਚੁੱਲ੍ਹਿਆਂ 'ਚ ਘਾਹ ਉੱਗ ਗਿਆ, ਤੇ ਲੋਕਾਂ ਨੂੰ ਇਨਸਾਫ ਮੰਗਦਿਆਂ ਤੇ ਲੜਦਿਆਂ ਉਮਰਾਂ ਬੀਤ ਗਈਆਂ, ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਤੇ ਦੂਜੀ ਗੱਲ, ਜਦੋਂ ਅੱਜ ਵੀ ਗੱਲ ਹੁੰਦੀ ਹੈ, ਅੱਜ ਵੀ ਕਿਤੇ ਵੀ ਖਾਲਿਸਤਾਨ ਦਾ ਨਾਰਾ ਲੱਗਦਾ ਹੈ, ਖਾਲਿਸਤਾਨ ਦੀ ਗੱਲ ਹੁੰਦੀ ਹੈ, ਤੇ ਲੋਕਾਂ ਵਿੱਚ ਉਹੀ ਡਰ ਫੇਰ ਆਉਂਦਾ ਹੈ। ਲੋਕ ਅੱਜ ਵੀ ਉਸੇ ਡਰ ਤੋਂ ਕਹਿੰਦੇ ਆ ਕਿ ਸਾਡੇ ਅੱਜ ਵੀ ਨੌਜਵਾਨ ਪੁੱਤ ਮਾਰੇ ਜਾਣਗੇ। ਇਹ ਤੁਹਾਡੀ ਗੱਲ ਸੱਚੀ ਹੈ। ਭਾਰਤ ਦੀ ਪਾਲਿਸੀ ਇਹ ਰਹੀ ਹੈ ਕਿ ਜਿਹਦੇ ਗਲੇ 'ਚ ਖ ਵੀ ਨਿਕਲਦੀ ਆ, ਉਹਦਾ ਗਲਾ ਬੰਦ ਘੁੱਟ ਕੇ ਬੰਦ ਕਰੋ, ਠੀਕ ਹੈ ਨਾ ਜੀ। ਅਤੇ ਇਹ ਜਿਹੜਾ ਭੈ ਹੈਗਾ, ਤੁਸੀਂ ਬਿਲਕੁਲ ਸੱਚ ਕਹਿ ਰਹੇ ਹੋ, ਇਹਨਾਂ ਨੇ ਸਿੱਖਾਂ ਦੇ ਵਿੱਚ ਪਾਤਾ ਹੈਗਾ। ਜੇ ਤੁਸੀਂ ਇਹਦੇ ਬਾਰੇ ਖੰਗੇ ਵੀ, ਅਸੀਂ ਤੁਹਾਨੂੰ ਖਤਮ ਕਰ ਦੇਣਾ ਹੈਗਾ। ਫਿਰ ਯੂ ਹੈਵ ਟੂ ਗੋ ਬੈਕ ਟੂ ਵਾਟ ਸਿੱਖੀ ਇਜ਼। ਸਿੱਖੀ ਪਿਆਰ, ਸਤਿਕਾਰ, ਰੱਬ ਦੇ ਨਾਂ, ਕੀਰਤਨ ਦਰਬਾਰਾਂ ਰਾਹੀਂ, ਪਾਠ ਰਾਹੀਂ ਰੱਬ ਨਾਲ ਜੋੜਨ ਦਾ ਯਤਨ ਕਰਦੀ ਸੀ। ਪਰ ਜਿੱਦਣ ਤਤੀ ਤਵੀ 'ਤੇ ਪੰਚਮ ਪਿਤਾ ਨੂੰ ਬਿਠਾਤਾ, ਫਿਰ ਜਿਹੜਾ ਗੁਰੂ ਅੰਗਦ ਸਾਹਿਬ ਨੇ ਸਾਨੂੰ ਅਖਾੜਿਆਂ 'ਚ ਪਾਲਿਆ ਸੀ, ਸਰੀਰ ਬਣਾਏ ਸੀ, ਉਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਨਹੀਂ, ਗੁਲਾਮੀ ਦਾ ਜੀਵਨ ਨਹੀਂ ਜੀਣਾ ਹੈਗਾ। ਫਿਰ ਤੁਹਾਨੂੰ ਉਹਨਾਂ ਨੇ ਹਥਿਆਰਬੰਦ ਕੀਤਾ, ਘੋੜਿਆਂ 'ਤੇ ਸਵਾਰ ਕੀਤਾ, ਜੰਗਾਂ ਲੜੀਆਂ, ਠੀਕ ਹੈ ਨਾ ਜੀ। ਸੋ ਹਾਂ, ਤੁਹਾਡੀ ਗੱਲ ਸੱਚੀ ਹੈ ਕਿ ਹਾਂ, ਸਾਨੂੰ ਦਬਾਇਆ ਗਿਆ, ਕੁਚਲਾਇਆ ਗਿਆ, ਸਾਨੂੰ ਮਾਰਿਆ ਗਿਆ, ਐਕਸਟਰਾ ਜੁਡੀਸ਼ੀਅਲ ਕਿਲਿੰਗ ਕੀਤੀ ਹੈਗੀ ਹੈ, ਅਤੇ ਸਾਨੂੰ ਰਿਪਰੈਸ ਕਰਕੇ, ਓਪਰੈਸ ਕਰਕੇ, ਦੱਬ ਕੇ ਇਹਨਾਂ ਨੇ ਰੱਖਿਆ ਜ਼ਰੂਰ ਹੈਗਾ। ਪਰ ਸਿੱਖੀ ਨਹੀਂ ਸਾਨੂੰ ਆਗਿਆ ਦਿੰਦੀ ਕਿ ਅਸੀਂ ਆਪਾਂ ਇੱਕ ਜਾਬਰ ਦੇ ਬਰਖਲਾਫ ਸੀਸ ਝੁਕਾ ਕੇ ਉਹਨੂੰ ਹਮੇਸ਼ਾ ਕੋਸ਼ਿਸ਼ ਕਰੀਏ ਕਿ ਨਹੀਂ ਤੂੰ ਮੰਨ ਜਾ, ਅਸੀਂ ਤੇਰੇ ਹੀ ਹੈ, ਤੂੰ ਸਾਨੂੰ ਜੋ ਮਰਜ਼ੀ ਕਰ ਲੈ। ਇਹ ਸਿੱਖੀ ਦਾ ਵੇ ਨਹੀਂ ਹੈ। ਸਿੱਖੀ ਆਪਣੇ ਹੋਂਦ, ਆਪਣੇ ਮਤਲਬ ਸਿਰ ਚੱਕ ਕੇ ਜਿਉਣ ਦਾ ਫੈਸਲਾ ਲੈਂਦੀ ਹੈਗੀ ਹੈ। ਅਤੇ ਇਹ ਹੁਣ ਨਵੀਂ ਪੀੜ੍ਹੀ ਨੂੰ ਗੱਲ ਸਮਝ ਆ ਰਹੀ ਹੈਗੀ ਹੈ। ਜਿਹੜੇ ਸਾਡੇ ਮਾਈਆਂ ਨੂੰ ਇਹਨਾਂ ਨੇ ਖਸਮ ਲਾਤੇ ਉਹਨਾਂ ਦੇ ਸਿਰ ਤੋਂ, ਜਿਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਆਪਣੇ ਬੱਚੇ ਪਾਲੇ, ਹੁਣ ਉਹ ਬੱਚੇ ਵੱਡੇ ਹੋ ਕੇ ਪੁੱਛ ਰਹੇ ਹੈ ਕਿ ਇਹ ਕਿਉਂ ਹੋਇਆ, ਇਹ ਕਿਉਂ ਕੀਤਾ ਸਾਡੇ ਨਾਲ, ਸਾਡੇ ਹੱਕ ਤੁਸੀਂ ਕਿਉਂ ਨਹੀਂ ਰੱਖਦੇ ਹੈਗੇ। ਅਤੇ ਉਹਦੇ ਵਿੱਚੋਂ ਫਿਰ ਉਹ ਕਹਿੰਦੇ ਆ ਕਿ ਇਹ ਦੇਸ਼ ਜਾਇਜ਼ ਸਾਡੇ ਨਾਲ ਨਹੀਂ ਕਰਦਾ ਹੈਗਾ, ਸਾਡੇ ਪਾਣੀ ਚੋਰੀ ਕਰ ਰਿਹਾ ਹੈਗਾ, ਸਾਨੂੰ ਜੰਗ ਦੇ ਮਾਹੌਲ 'ਚ ਰੱਖਦਾ ਹੈ, ਸਾਡੇ ਬਾਰਡਰ ਬੰਦ ਕਰਦਾ ਹੈਗਾ, ਸਾਡੀ ਆਵਾਜਾਈ ਰੋਕਦਾ ਹੈਗਾ, ਸਾਨੂੰ ਹਰੇਕ ਪੱਖੋਂ ਸਾਡੇ ਹਿਊਮਨ ਰਾਈਟਸ ਦੇ ਉੱਤੇ ਨਵੇਂ ਕਾਨੂੰਨ ਪਾ ਕੇ ਸਾਨੂੰ ਕਦੀ ਨੀਆਂ, ਕਦੀ ED, ਕਦੀ ਕੁਛ ਦੇ ਅਧੀਨ ਸਾਨੂੰ ਨੱਪ ਕੇ ਰੱਖਣ ਦਾ ਯਤਨ ਕਰਦਾ ਹੈ। ਅਤੇ ਇਹ ਗੁਲਾਮੀ ਦਾ ਜੀਵਨ ਹੈ।
ਔਰ ਇਸ ਕਰਕੇ ਅਸੀਂ ਯੂਨਾਈਟਿਡ ਨੇਸ਼ਨਸ ਦੇ ਦਿਹਾੜੇ ਤੇ ਜਦ ਯੂਨਾਈਟਿਡ ਨੇਸ਼ਨ ਨੇ ਇੰਟਰਨੈਸ਼ਨਲ ਡੇ ਆਫ ਡੈਮੋਕ੍ਰੇਸੀ 15 ਸਤੰਬਰ ਮਨਾਇਆ ਸੀਗਾ, ਜਿਹੜੀ ਸਾਡੀ ਜਮਹੂਰੀਅਤ ਵੀ ਇਹਨਾਂ ਨੇ ਖੋਲੀ ਹੈਗੀ ਹੈ SGPC ਦੀ, ਉਸ ਦਿਨ ਅਸੀਂ ਰੱਖਿਆ ਸੀ ਕਿਉਂਕਿ ਯੂਨਾਈਟਿਡ ਨੇਸ਼ਨ ਇੱਕ ਸੰਸਥਾ ਹੈ ਜਿਹੜੀ ਡੀਕੋਲੋਨਾਈਜੇਸ਼ਨ ਦੇ ਪੱਖ 'ਚ ਹੈਗੀ ਹੈ, ਜਿਹਦੇ ਚਾਰਟਰ ਦੇ ਵਿੱਚ ਧਾਰਾ 2 'ਚ ਕਿਹਾ ਹੈਗਾ ਐਵਰੀ ਪੀਪਲ ਹੈਵ ਅ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਠੀਕ ਹੈ ਨਾ, ਜਿਹਦੇ ਉੱਤੇ ਸਾਈਨ ਭਾਰਤ ਦੇ ਸਰਕਾਰ ਦੇ ਵੀ ਹੈਗੇ ਆ। ਸੋ ਅਸੀਂ ਜਿਹੜੀਆਂ ਗੱਲਾਂ ਕਰ ਰਹੇ ਹਾਂ ਕਾਨੂੰਨ ਰਾਹ ਦੇ ਨਾਲ ਅਸੀਂ ਕਰ ਰਹੇ ਹੈਗੇ ਆ। ਯੂਨਾਈਟਿਡ ਨੇਸ਼ਨ ਸਾਨੂੰ ਆਗਿਆ ਦਿੰਦਾ ਜੇ ਤੁਹਾਡਾ ਆਪਣਾ ਸੈਲਫ ਡਿਟਰਮੀਨੇਸ਼ਨ ਕਰਨਾ ਹੈ ਤਾਂ ਜਿਹੜੀਆਂ ਵੀ ਕੰਟਰੀ ਸਾਡਾ ਸਾਈਨ ਕਰਦੀਆਂ, ਤੇ ਅੱਜ ਭਾਰਤ ਕਹਿੰਦਾ ਹੈਗਾ ਅਸੀਂ ਯੂਨਾਈਟਿਡ ਨੇਸ਼ਨਸ ਦੇ ਸਿਕਿਉਰਿਟੀ ਕਾਊਂਸਲ ਦਾ ਮੈਂਬਰ ਬਣਨਾ ਹੈਗਾ, ਫਿਰ ਤਾਂ ਮਤਲਬ ਇਹਦੀ ਹੋਰ ਵੀ ਆਬਲੀਗੇਸ਼ਨ ਬਣ ਜੂਗੀ ਕਿ ਜੇ ਅਸੀਂ ਆਪਣਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਐਕਸਰਸਾਈਜ਼ ਕਰਨਾ ਹੈ, ਇਹਨੂੰ ਦੇਣਾ ਪੈਣਾ ਹੈ। ਅਸੀਂ ਕਾਨੂੰਨ ਪਸੰਦ ਤਰੀਕੇ ਨਾਲ ਕਰਾਂਗੇ। ਬਿਲਕੁਲ। ਔਰ ਕਈ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਹਿੰਦੁਸਤਾਨ ਦੇ ਵਿੱਚ ਹਿੰਦੂ ਬਹੁਗਿਣਤੀ ਦੇ ਵਿੱਚ ਨੇ, ਉੱਥੇ ਹਿੰਦੂਆਂ ਨੂੰ ਦੱਸਿਆ ਜਾਂਦਾ ਕਿ ਤੁਸੀਂ ਖਤਰੇ ਦੇ ਵਿੱਚ ਹੋ, ਅਤੇ ਜਿਹੜੇ ਪੰਜਾਬ ਦੇ ਵਿੱਚ ਸਿੱਖ ਬਹੁਗਿਣਤੀ ਦੇ ਵਿੱਚ ਨੇ, ਉੱਥੇ ਪੰਜਾਬੀਆਂ ਨੂੰ, ਉੱਥੇ ਸਿੱਖਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਖਤਰੇ ਦੇ ਵਿੱਚ ਹੋ। ਅਤੇ ਇਹ ਦੋਵਾਂ ਦੀ ਤੁਲਨਾ ਇੱਕ ਰਾਜਨੀਤੀ ਨਾਲ ਹੀ ਕਰੀ ਜਾਂਦੀ ਹੈ ਕਿ ਹਿੰਦੁਸਤਾਨ ਦੇ ਵਿੱਚ ਹਿੰਦੂਆਂ ਨੂੰ ਖਤਰਾ ਦੱਸ ਕੇ ਰਾਜਨੀਤੀ ਕੀਤੀ ਜਾ ਰਹੀ ਹੈ ਅਤੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਖਤਰਾ ਦੱਸ ਕੇ ਰਾਜਨੀਤੀ ਕੀਤੀ ਜਾ ਰਹੀ ਹੈ। ਅਤੇ ਉਹ ਸਾਰਾ ਜਿਹੜਾ ਸਰਕਮਸਟਾਂਸਿਸ ਹੈ, ਜੋ ਵੀ ਕੁਛ ਬਣ ਰਿਹਾ ਹੈ, ਇਹ ਸਾਰੀ ਨੂੰ ਰਾਜਨੀਤੀ ਨਾਲ ਹੀ ਜੋੜ ਕੇ ਦੇਖਿਆ ਜਾਂਦਾ ਕਿ ਕਿਤੇ ਨਾ ਕਿਤੇ ਲੋਕਾਂ ਨੂੰ ਉਲਝਾ ਕੇ ਰੱਖੀਏ ਤਾਂ ਕਿ ਲੋਕ ਆਪਣੇ ਜਿਹੜੀਆਂ ਅਸਲ ਜਿਹੜੀਆਂ ਚੀਜ਼ਾਂ ਹੈਗੀਆਂ, ਸਿੱਖਿਆ ਹੈਗੀ ਹੈ, ਸਿਹਤ ਸੇਵਾਵਾਂ ਹੋ ਗਈਆਂ, ਬੇਸਿਕ ਉਹਨਾਂ ਦਾ ਰੁਜ਼ਗਾਰ ਹੋ ਗਿਆ, ਉਹਨਾਂ ਦੇ ਕਾਰੋਬਾਰ ਹੋ ਗਏ, ਉਹਨਾਂ 'ਤੇ ਧਿਆਨ ਹੀ ਨਾ ਜਾਵੇ। ਜਦੋਂ ਉਹਨਾਂ ਨੂੰ ਜਾਣ ਦਾ ਡਰ ਹੋਊਗਾ ਤਾਂ ਉਹ ਸਿੱਖਿਆ ਵੱਲ ਨਹੀਂ ਜਾਣਗੇ, ਉਹ ਸਿਹਤ ਵੱਲ ਨਹੀਂ ਜਾਣਗੇ, ਹੋਰ ਸਹੂਲਤਾਂ ਵੱਲ ਨਹੀਂ ਜਾਣਗੇ, ਉਹ ਸਿਰਫ ਇਹ ਕਹਿਣਗੇ ਕਿ ਸਾਨੂੰ ਆਪਣੀ ਜਾਨ ਬਚਾਉਣੀ ਹੈ। ਸਿਰਫ ਇਹ ਰਾਜਨੀਤੀ ਕੀਤੀ ਜਾ ਰਹੀ ਹੈ। ਇਹ ਸਾਰੇ ਪਾਸੇ ਆਰੋਪ ਲੱਗਦੇ ਆ। ਮੇਰੇ ਹਿਸਾਬ ਨਾਲ ਤਾਂ ਜੋ ਭਾਰਤ ਨੇ ਕੀਤਾ, ਮੈਂ ਇਤਿਹਾਸਿਕ ਤੌਰ ਤੇ ਤੁਹਾਨੂੰ ਆਪਣੇ ਵੱਲੋਂ ਸਹੀ ਦੱਸਿਆ ਹੈਗਾ, ਅਤੇ ਜਿਹੜੇ ਖਤਰੇ ਸਿੱਖਾਂ ਨੂੰ ਦਿਖਦੇ ਹੈਗੇ ਆ ਉਹ ਮੈਂ ਤੁਹਾਡੇ ਸਾਹਮਣੇ ਰੱਖੇ ਆ। ਜੇ ਇਹਨਾਂ 'ਚ ਕੋਈ ਗਲਤ ਹੈ ਤੁਸੀਂ ਦੱਸ ਦਿਓ। ਜੇ ਹਿੰਦੂਆਂ ਨੂੰ ਸਿਖਾਇਆ ਜਾਂਦਾ ਹੈਗਾ ਕਿ ਉਹ ਖਤਰੇ 'ਚ ਹੈਗੇ ਆ ਤਾਂ ਮੈਨੂੰ ਦੱਸ ਦਿਓ ਕਿਹਦੇ ਖਤਰੇ ਤੋਂ ਹੈਗੇ ਆ ਉਹ। ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ। ਜਿਨ੍ਹਾਂ ਦੇ 80% MP ਉਹਨਾਂ ਦੇ ਹੈਗੇ ਆ, ਪਾਰਲੀਮੈਂਟ ਉਹਨਾਂ ਦੀ ਹੈ, ਨਰਿੰਦਰ ਮੋਦੀ ਸ਼ਰੇਆਮ ਆਪਣੇ ਉਹ ਕਹਿੰਦਾ ਹੈ ਕਿ ਭਾਰਤ ਇੱਕ ਬਹੁਤ ਤਾਕਤਵਰ ਦੇਸ਼ ਹੈਗਾ। ਫਿਰ ਇਹ ਜਿਹੜੀ ਹਿੰਦੂਆਂ ਦੀ ਪਰਸੀਕਿਊਸ਼ਨ ਹੈਗੀ ਹੈ, ਇਹ ਕਿੱਥੇ ਹੋ ਰਹੀ ਹੈਗੀ ਹੈ? ਮੈਨੂੰ ਤਾਂ ਸਮਝ ਨਹੀਂ ਆ ਰਹੀ। ਜਾਂ ਫਿਰ ਨਰਿੰਦਰ ਮੋਦੀ ਬਾਕੀ ਬਹੁਤ ਕਮਜ਼ੋਰ ਬੰਦਾ ਹੈ। ਜੇ ਉਹ ਇੰਨਾ ਤਾਕਤਵਰ ਹੈਗਾ ਤਾਂ ਫਿਰ ਹਿੰਦੂਆਂ ਦੀ ਗੱਲ ਉਹ ਕਰਦਾ ਹੈਗਾ, ਹਿੰਦੂਆਂ ਦਾ ਬਣਿਆ ਹੋਇਆ ਹੈਗਾ, ਅਤੇ ਫਿਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਸ ਇੰਬੈਲੈਂਸ ਜਿਹਾ ਜਿਹੜਾ ਹੈਗਾ। ਸੋ ਮੈਨੂੰ ਇਸ ਗੱਲ 'ਚ ਥੋੜ੍ਹੀ ਜਿਹੀ ਘੱਟ ਸਮਝ ਆ ਰਹੀ ਹੈਗੀ ਹੈ ਜੀ। ਮੇਰੇ ਜਿਹੜੇ ਵੀ ਸਵਾਲ ਸੀ ਉਹ ਆਮ ਲੋਕਾਂ ਦੇ ਸਵਾਲ ਹੁੰਦੇ ਆ, ਜਿਹੜੇ ਆਮ ਬੀਬੀਆਂ ਹੁੰਦੀਆਂ ਜਿਨ੍ਹਾਂ ਨੂੰ ਆਪਣੇ ਪੁੱਤਾਂ ਦੀ ਨੌਕਰੀ ਦਾ ਫਿਕਰ ਹੁੰਦਾ ਹੈ, ਅਤੇ ਉਹਨਾਂ ਦੇ ਮਨਾਂ 'ਚ ਇਹ ਸਵਾਲ ਉੱਠਦੇ ਹੁੰਦੇ ਆ ਕਿ ਜੇ ਪੰਜਾਬ ਦੇ ਸਰਕਮਸਟਾਂਸਿਸ ਕਿਸੇ ਵੀ ਤਰੀਕੇ ਇਹਨਾਂ ਪੜਾਵਾਂ 'ਤੇ ਪਹੁੰਚਦੇ ਆ ਤਾਂ ਕੀ ਨਤੀਜਾ ਹੋਊਗਾ। ਅਤੇ ਉਹਨਾਂ ਆਮ ਲੋਕਾਂ ਦੇ ਜਿਹੜੇ ਡਰ ਹੈ ਉਹ ਅਸੀਂ ਹੁਣੇ ਡਿਸਕਸ ਕੀਤੇ ਆ, ਅਤੇ ਉਹਨਾਂ ਆਮ ਲੋਕਾਂ ਦੇ ਲਈ ਮੈਸੇਜ ਤਾਂ ਕਿ ਉਹਨਾਂ ਨੂੰ ਇਹ ਡਰ ਨਾ ਲੱਗੇ, ਜਿਹੜਾ ਵੀ ਪ੍ਰੋਸੈਸ ਚੱਲ ਰਿਹਾ ਹੈ, ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਉਹਨਾਂ ਨੂੰ ਲੋਕ ਵਿਰੋਧੀ ਨਾ ਲੱਗਣ, ਉਹਦੇ ਲਈ ਕੋਈ ਮੈਸੇਜ? ਮੇਰਾ ਖਿਆਲ ਹੈ ਪਿਛਲੇ ਸਮੇਂ 'ਚ ਜਦ ਭਾਰਤ ਨੇ ਸਿੱਖਾਂ ਦਾ ਸ਼ਿਕਾਰ ਖੇਡਿਆ ਸੀਗਾ, ਬੱਚੜਬਾਜ਼ੀ ਕੀਤੀ ਸੀਗੀ, ਉਦੋਂ ਜ਼ਮਾਨਾ ਸੋਸ਼ਲ ਮੀਡੀਆ ਦਾ ਨਹੀਂ ਸੀਗਾ, ਟੈਲੀਫੋਨ ਨਹੀਂ ਸੀ ਹੁੰਦੇ, ਕੈਮਰਾ ਨਹੀਂ ਸੀ ਹੁੰਦੇ। ਕਿਸੇ ਹੱਦ ਤੱਕ ਭਾਰਤ ਨੇ ਕਸ਼ਮੀਰ 'ਚ ਕੀਤਾ, ਤਾਂ ਵੀ ਉੱਥੇ ਜਿਹੜੇ ਵਿਤਕਰੇ ਕਰ ਰਹੇ ਆ ਉਹ ਵੀ ਦਿਖ ਰਹੇ ਹੈਗੇ ਆ। ਅੱਜ ਸਿੱਖ ਕੌਮ ਅਮਰੀਕਾ, ਕੈਨੇਡਾ, ਇੰਗਲੈਂਡ, ਬਾਹਰਲੇ ਦੇਸ਼ਾਂ ਦੇ ਵਿੱਚ ਬਸੀ ਹੈਗੀ ਹੈ, ਜਿਹੜੀ ਬੜੀ ਤਿੱਖੀ ਅੱਖ ਨਾਲ ਪੰਜਾਬ ਦੇ ਵਿੱਚ ਵਿਤਕਰੇ ਬੀਤੇ ਆਪਣੇ ਧਿਆਨ 'ਚ ਲੈ ਕੇ ਆ ਰਹੀ ਹੈ। ਜੇ ਸਿੱਖਾਂ ਨੇ, ਕੌਮ ਨੇ ਜ਼ਿਮੀਂਦਾਰਾਂ ਦੇ ਨਾਲ ਸਾਥ ਨਿਭਾਇਆ, ਬਾਰਡਰ 'ਤੇ ਦਿੱਲੀ 'ਤੇ ਬਹੁਤ ਸਮੇਂ ਤੋਂ ਸੈਂਟਰ ਦੀ ਕੋਸ਼ਿਸ਼ ਸੀਗੀ ਕਿ ਇਹਨਾਂ ਨੂੰ ਨੀਵਾਂ ਦਿਖਾ ਕੇ, ਵੱਖਪਾਤੀ, ਉਗਰਵਾਦੀ ਕਰਕੇ ਇਹਨਾਂ ਨੂੰ ਫੋਰਸ ਦੇ ਨਾਲ ਅਸੀਂ ਮੋੜ ਦਈਏ। ਪਰ ਕਿਉਂਕਿ ਸਾਰੇ ਦੁਨੀਆ ਦੀ ਅੱਖ ਇੱਥੇ ਸੀਗੀ, ਇਹ ਹੁਣ ਆਪਣਾ ਪੁਰਾਣਾ ਜ਼ਬਰ ਨਹੀਂ ਕਰ ਸਕਦੇ ਹੈਗੇ। ਸੋ ਮੈਂ ਆਪਣੇ ਮਾਤਾਵਾਂ, ਭੈਣਾਂ, ਵੀਰਾਂ ਨੂੰ, ਬਜ਼ੁਰਗਾਂ ਨੂੰ ਇਹ ਕਹੂੰਗਾ ਕਿ ਜਦ ਤੁਹਾਡੇ ਕੋਲੇ ਸਾਧਨ ਹੈਗੇ ਆ ਆਪਣੀ ਗੱਲ ਕਰਨ ਦੇ, ਜਦ ਤੁਹਾਡੀ ਕੌਮ ਜਾਗਰੂਕ ਹੈਗੀ ਹੈ, ਉਹ ਅਮਨ ਅਤੇ ਕਾਨੂੰਨ ਪਸੰਦ ਤਰੀਕੇ ਨਾਲ ਆਪਣੇ ਹੱਕਾਂ 'ਤੇ ਖੜ੍ਹਨ ਨੂੰ ਤਿਆਰ ਹੈਗੀ ਹੈ, ਤਾਂ ਅੱਜ ਦੇ ਜ਼ਮਾਨੇ 'ਤੇ ਸਾਡੀ ਇਤਿਹਾਸ, ਸਾਡੀ ਗੁਰਸਿੱਖੀ
ਆਪਣੇ ਹੱਕਾਂ ਤੇ ਪਹਿਰਾ ਦੇਣ ਵਾਸਤੇ ਸਾਨੂੰ ਮਜਬੂਰ ਕਰਦੀ ਹੈਗੀ ਹੈ। ਇਹਦੇ ਵਿੱਚ ਸਾਡੇ ਬਹੁਤ ਸਾਰੇ ਸਿੰਘਾਂ ਦੀ ਸ਼ਹਾਦਤ ਵੀ ਹੋਈ ਹੈਗੀ ਹੈ, ਜਿਵੇਂ ਬਰਗਾੜੀ 'ਚ ਹੋਈ ਹੈ, ਪਰ ਅਸੀਂ ਉਹਨਾਂ ਨੂੰ ਯਾਦ ਰੱਖਦੇ ਹਾਂ। ਉਹ ਸਾਡੇ ਸਤਿਕਾਰਯੋਗ ਹੈਗੇ ਆ। ਅੱਜ ਵੀ ਅਸੀਂ ਉਹਨਾਂ ਦੇ ਧਰਨਿਆਂ 'ਤੇ ਉਹਨਾਂ ਦੀ ਯਾਦ 'ਚ ਅਸੀਂ ਇਕੱਠੇ ਹੁੰਦੇ ਹੈਗੇ ਆ। ਮੇਰਾ ਖਿਆਲ ਹੈ ਕਿ ਮੁਲਕ ਤੇ ਜਹਾਂ ਤਬਦੀਲ ਹੋਇਆ ਹੈਗਾ। ਅੱਜ ਜ਼ਿਆਦਾ ਸਾਡੀ ਪੁੱਛਗਿੱਛ ਤੇ ਸੁਣਵਾਈ ਹੈਗੀ ਹੈ, ਅਤੇ ਆਪਾਂ ਨੂੰ ਇਹਦਾ ਫਾਇਦਾ ਲੈਂਦੇ ਹੋਏ ਆਪਣੇ ਹੱਕਾਂ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਆਪਣੀ ਗੱਲ ਕਰਨੀ ਚਾਹੀਦੀ ਹੈ। ਆਪਾਂ ਨੂੰ ਦਬੇ ਹੋਏ ਨਹੀਂ ਰਹਿਣਾ ਚਾਹੀਦਾ, ਆਪਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਅਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਸੰਗਤ ਨੂੰ ਕਿ ਆਵਾਜ਼ ਚੁੱਕੋ, ਆਪਣੇ ਹੱਕ ਮੰਗੋ। ਅਸੀਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰ ਰਹੇ, ਅਸੀਂ ਕੋਈ ਅਮਨ ਨੂੰ ਭੰਗ ਕਰਨ ਦਾ ਯਤਨ ਨਹੀਂ ਕਰ ਰਹੇ। ਅਸੀਂ ਆਪਣੇ ਡੈਮੋਕ੍ਰੈਟਿਕ ਰਾਈਟਸ, ਆਪਣੇ ਯੂਨਾਈਟਡ ਨੇਸ਼ਨ ਦੇ ਚਾਰਟਰ ਦੇ ਅਧੀਨ, ਜਿਹਦਾ ਸਿਗਨੇਟਰੀ ਇੰਡੀਆ ਹੈਗਾ, ਉਹਦੇ ਅਧੀਨ ਅਸੀਂ ਆਪਣੇ ਹੱਕ ਮੰਗ ਰਹੇ ਹਾਂ ਅਤੇ ਇਹਦੇ ਉੱਤੇ ਖੜ੍ਹਨਾ ਸਾਡਾ ਇੱਕ ਕੌਮੀ ਫਰਜ਼ ਹੈ। ਜੀ, ਇੱਕ ਆਖਰੀ ਸਵਾਲ ਸਰ, ਜਦੋਂ ਅਸੀਂ ਰਾਜਨੀਤੀ ਦੇ ਵਿੱਚ ਸਿੱਖੀ ਦੀ ਵੀ ਗੱਲ ਕਰਦੇ ਹਾਂ ਅਤੇ ਸਿੱਖੀ ਦੇ ਵਿੱਚ ਵੀ ਰਾਜਨੀਤੀ ਦੀ ਗੱਲ ਕਰਦੇ ਹਾਂ, ਤਾਂ ਇੱਕ ਅਹਿਮ ਸਵਾਲ ਜਿਹੜਾ ਆਮ ਪਿੰਡਾਂ ਦੇ ਵਿੱਚ ਵੀ ਉੱਠਦਾ ਹੈ ਕਿ ਸਿੱਖੀ ਦੇ ਫਲਸਫੇ ਦੇ ਵਿੱਚ ਕਿਤੇ ਵੀ ਜਾਤ ਨਹੀਂ ਹੈ। ਜਾਤ ਦਾ ਹੋਣਾ ਸਿੱਖੀ ਦੇ ਫਲਸਫੇ ਤੋਂ ਬਾਹਰ ਹੈ, ਪਰ ਫਿਰ ਵੀ ਪੰਜਾਬ ਦੇ ਪਿੰਡਾਂ ਵਿੱਚ ਜਾਤ ਦੇ ਆਧਾਰ 'ਤੇ ਗੁਰਦੁਆਰੇ ਬਣੇ ਨੇ, ਜਾਤ ਦੇ ਆਧਾਰ 'ਤੇ ਸ਼ਮਸ਼ਾਨ ਘਾਟ ਨੇ, ਅਤੇ ਉਹ ਜਾਤ ਦੇ ਆਧਾਰ 'ਤੇ ਜਦੋਂ ਲੋਕਾਂ ਨੂੰ ਵੰਡਿਆ ਜਾਂਦਾ ਹੈ, ਜਦੋਂ ਉਹਨਾਂ ਨੂੰ ਸੁਪਰੈਸ ਕੀਤਾ ਜਾਂਦਾ ਹੈ, ਜਦੋਂ ਭਾਵੇਂ ਸ਼ੈਡਿਊਲ ਕਾਸਟ ਦੇ ਵਿੱਚੋਂ ਕਿਸੇ ਨੂੰ ਤੁਸੀਂ ਮੁੱਖ ਮੰਤਰੀ ਬਣਾ ਦਿਓ ਪੰਜਾਬ ਦਾ, ਪਰ ਤੁਸੀਂ ਸ਼ੈਡਿਊਲ ਕਾਸਟ ਦੇ ਨਾਲ ਜਦੋਂ ਵਿਤਕਰਾ ਉਹੀ ਰੱਖਣਾ ਹੈ, ਤਾਂ ਉਹ ਲੋਕ ਹੀ ਡਰ ਹੁੰਦਾ ਉਹਨਾਂ ਦੇ ਵਿੱਚ। ਉਹ ਲੋਕ ਸਿੱਖੀ ਤੋਂ ਬਾਗੀ ਹੁੰਦੇ ਨੇ, ਰੋਸ ਹੁੰਦਾ ਹੈ। ਤਾਂ ਕ੍ਰਿਸਚੈਨਿਟੀ ਆਉਂਦੀ ਹੈ, ਜਿਵੇਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਕ੍ਰਿਸਚੈਨਿਟੀ ਆਉਂਦੀ ਹੈ, ਡੇਰਾਵਾਦ ਆਉਂਦਾ ਹੈ, ਔਰ ਉਹਦੇ ਵਿੱਚ ਸਿਰਫ ਡੇਰਾਵਾਦ ਜਾਂ ਕ੍ਰਿਸਚੈਨਿਟੀ ਨਹੀਂ ਆਉਂਦਾ, ਉਹਦੇ ਵਿੱਚ ਪਖੰਡ ਆਉਂਦਾ ਹੈ ਜੋ ਲੋਕਾਂ ਨੂੰ ਹੋਰ ਸਪਰੈਸ ਕਰਦਾ। ਉਹ ਸਾਡੇ ਲੋਕ ਨੇ, ਉਹ ਸਿੱਖੀ ਦੇ ਹੀ ਲੋਕ ਨੇ, ਸਿੱਖੀ ਨਾਲ ਹੀ ਜੁੜੇ ਹੋਏ ਨੇ, ਅਤੇ ਉਹਨਾਂ ਨੂੰ ਬਚਾਉਣ ਦੇ ਲਈ, ਉਹਨਾਂ ਨੂੰ ਚੰਗੇ ਰਾਹ ਪਾਉਣ ਦੇ ਲਈ ਅਸੀਂ ਕਿਉਂ ਨਹੀਂ ਕਾਮਯਾਬ ਹੋ ਪਾਏ ਹਜੇ ਤੱਕ? ਮੈਂ ਇਹਦੇ ਦੋ ਹਿੱਸੇ 'ਚ ਜਵਾਬ ਦਿੰਦਾ ਹੈਗਾ। ਇਹ ਬਿਲਕੁਲ ਗਲਤ ਸੋਚ ਪਈ ਹੋਈ ਹੈ ਕਿ ਇਹ ਵੰਡ ਹੋਣੀ ਚਾਹੀਦੀ ਹੈ, ਪਰ ਮੈਂ ਸਮਝਦਾ ਕਿ ਇਹਨੂੰ ਜੇ ਰੋਕਣਾ ਹੈ ਤਾਂ ਇਹਨੂੰ ਆਪਾਂ ਨੇ ਏਕਾ ਬਣਾ ਕੇ ਤਾਂ ਰੋਕਣਾ ਹੈਗਾ। ਧੱਕੇ ਨਾਲ ਨਹੀਂ ਕਹਿਣਾ ਹੈਗਾ ਕਿ ਤੁਸੀਂ ਆਹ ਗੁਰੂ ਘਰ ਬੰਦ ਕਰ ਦਿਓ, ਉਹ ਤੁਸੀਂ ਚਾਲੀ ਰੱਖੋ। ਉਹਦੇ ਨਾਲ ਜਿਹੜੇ ਬੰਦਿਆਂ ਨੇ ਆਪਣਾ ਗੁਰੂ ਘਰ ਬਣਾਇਆ ਹੈਗਾ, ਜਿਨ੍ਹਾਂ ਨੂੰ ਪਾਵਰ ਨਹੀਂ ਮਿਲਦੀ, ਉੱਥੇ ਅਥਾਰਟੀ ਨਹੀਂ ਮਿਲਦੀ ਹੈਗੀ, ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣਾ ਬਣਾ ਕੇ ਆਪਣਾ ਘਰ ਬਣਾਇਆ ਹੈਗਾ, ਉਹਨਾਂ ਨੂੰ ਅਸੀਂ ਇਸ ਪੱਧਰ ਤਾਈਂ ਕੌਮੀ ਤੌਰ 'ਤੇ ਆਉਣਾ ਚਾਹੀਦਾ ਕਿ ਉਹ ਆਪਣੀ ਬਰਾਬਰਤਾ ਸਮਝਣ ਅਤੇ ਅਸੀਂ ਆਪਣੀ ਕਿਸੇ ਵੱਲੋਂ ਵਖਰੇਵਾਂ ਬੰਦ ਕਰੀਏ। ਠੀਕ ਹੈ ਨਾ ਜੀ। ਇੰਪਾਵਰਮੈਂਟ ਦੀ ਇਹ ਲੋੜ ਹੈਗੀ ਹੈ। ਦੂਜੀ ਗੱਲ ਮੈਂ ਕਹੂੰਗਾ, ਇੰਪਾਵਰਮੈਂਟ ਬਹੁਤ ਹੱਦ ਤੱਕ ਪੰਜਾਬ ਦੇ ਵਿੱਚ ਹੋਈ ਹੈ। ਪੰਜਾਬ ਇੱਕ ਇਹੋ ਜਿਹਾ ਸਟੇਟ ਹੈਗਾ ਜਿਹਦੇ ਵਿੱਚ BSP ਇੰਨੀ ਕਾਮਯਾਬ ਨਹੀਂ ਹੋਈ, ਕਿਉਂਕਿ ਇੱਥੇ ਜਿਹੜਾ ਫਰਕ ਸੀ, ਸਾਡੇ ਗੁਰੂ ਸਾਹਿਬਾਨਾਂ ਨੇ ਕਾਫੀ ਹੱਦ ਤੱਕ ਮਨੂਵਾਦੀ ਹਿੰਦੂਤਵਾਦ ਤੋਂ ਕੱਢਤਾ ਸੀ ਸਾਨੂੰ, ਅਤੇ ਥਿਓਰੇਟੀਕਲ ਕੌਨਸੈਪਟ ਸਾਰੇ ਖੜ੍ਹੇ ਕਰਤੇ ਸੀ। ਥਿਓਰੇਟੀਕਲ ਤੋਂ ਬਾਅਦ ਪ੍ਰੈਕਟੀਕਲੀ ਸਾਰੀਆਂ ਕੌਮਾਂ ਨੂੰ ਗੁਰੂ ਘਰ ਦੇ ਵਿੱਚ ਐਂਟਰੀ ਦਿੱਤੀ ਸੀਗੀ, ਆਪ ਪਾਲਿਆ ਸੀ, ਆਪ ਰੱਖਿਆ ਸੀ, ਉਹਨਾਂ ਨੂੰ ਆਪ ਸਤਿਕਾਰ ਦਿੱਤਾ ਸੀ। ਹਿੰਦੂ ਰਾਜਿਆਂ ਨੂੰ ਅਨੰਦਪੁਰ ਸਾਹਿਬ ਵੱਖਰੀ ਲੰਗਰ ਤੋਂ ਰੋਕ ਕੇ ਉਹਨਾਂ ਨੇ ਰੰਗਰੇਟੇ ਗੁਰੂ ਕੇ ਬੇਟੇ ਸਵੀਕਾਰ ਕਰਕੇ ਇਹ ਬਰਾਬਰਤਾ ਕੌਮ ਦੇ ਵਿੱਚ ਪ੍ਰੈਕਟੀਕਲੀ ਸਾਨੂੰ ਦਿੱਤੀ ਹੈਗੀ ਹੈ। ਅਤੇ ਮੈਂ ਸਮਝਦਾ ਹੈਗਾ ਕਿ ਹੋਰ ਸਟੇਟਾਂ 'ਚ ਜੇ ਤੁਸੀਂ ਜਾ ਕੇ ਦੇਖੋਗੇ, ਜਾਤ ਪਾਤ ਦਾ ਫਰਕ ਇਸ ਤੋਂ ਕਈ ਗੁਣਾ ਜ਼ਿਆਦਾ ਹੈਗਾ। ਸੋ ਮੈਂ ਸਮਝਦਾ ਹਾਂ ਕਿ ਹਜੇ ਤੱਕ ਅਸੀਂ ਪੂਰਨ ਤੌਰ 'ਤੇ ਉਹ ਸਮਾਜ ਨਹੀਂ ਬਣਾ ਸਕਦੇ ਸਕੇ ਹੈਗੇ ਜਿਹੜਾ ਗੁਰੂ ਸਾਹਿਬ ਚਾਹੁੰਦੇ ਸੀ, ਪਰ ਮੈਂ ਇਹ ਵੀ ਸਮਝਦਾ ਕਿ ਹੋਰਾਂ ਨਾਲੋਂ ਜ਼ਿਆਦਾ ਅਸੀਂ ਤਰੱਕੀ ਕੀਤੀ ਹੈਗੀ ਆ। ਸੋ ਜਿੱਥੇ ਇਹ ਗੱਲ ਹੈਗੀ ਹੈ, ਜਿੱਥੇ ਧਰਮ ਤਬਦੀਲੀ ਦੀ ਗੱਲ ਹੈ, ਉਹਦੇ ਵਿੱਚ ਮੈਂ ਕਹਿਣਾ ਚਾਹੂੰਗਾ, ਇਸ ਦੇਸ਼ ਦੇ ਵਿੱਚ ਸਿੱਖ ਹੋਣਾ ਇੱਕ ਜੁਰਮ ਬਣਾਤਾ ਸੀਗਾ। 1984 'ਚ ਸਾਡੇ ਗਲਾਂ 'ਚ ਟਾਇਰ ਪਾ ਕੇ ਫੂਕ ਕੇ ਮਾਰ ਕੇ ਵੱਢਿਆ ਸੀਗਾ। ਜਿਹੜੀ ਦਾੜੀ ਵਾਲੇ ਪੁਲਿਸ 'ਚ ਸੀਗੇ, ਅੱਜ ਦੇਖ ਲਓ ਸਾਰਿਆਂ ਦੀਆਂ ਦਾੜੀਆਂ ਕੁਤਰੀਆਂ ਹੋਈਆਂ, ਕਿਉਂਕਿ ਪੁਲਿਸ ਨੇ ਜਿਹੜੇ ਕੇਸਾਧਾਰੀ ਸਿੱਖ ਸੀਗੇ, ਅੰਮ੍ਰਿਤਧਾਰੀ ਸੀਗੇ, ਉਹਨਾਂ ਦੇ ਉੱਤੇ ਇੰਨੀ ਓਪਰੇਸ਼ਨ ਅਤੇ ਸਬਜੂਗੇਸ਼ਨ ਕੀਤੀ ਕਿ ਉਹਨਾਂ ਨੂੰ ਘਰਾਂ 'ਚੋਂ ਕੱਢ ਕੇ ਮਾਰਿਆ, ਐਕਸਟਰਾ ਜੁਡੀਸ਼ੀਅਲਸ ਕੀਤੀਆਂ, ਕਿਲਿੰਗਸ ਕੀਤੀਆਂ, ਸਭ ਕੁਛ ਉਹਨਾਂ ਨੇ ਦਬਾਅ ਹੇਠ ਸਾਨੂੰ ਦਬਾ ਕੇ ਰੱਖਿਆ। ਸਾਡੇ ਮੂੰਹ 'ਚੋਂ ਖਾਲਿਸਤਾਨ ਨਿਕਲਦਾ ਨਹੀਂ ਸੀ, ਚੱਲ ਵੀ ਅੰਦਰ ਜੇਲ੍ਹ ਦੇ। ਠੀਕ ਹੈ ਨਾ ਜੀ। ਸੋ ਸਿੱਖੀ ਨੂੰ ਇੱਕ ਕ੍ਰਿਮੀਨਲ ਕੌਮ ਬਣਾਤਾ ਸੀਗਾ,
ਜਿਸ ਕਰਕੇ ਸਾਡਾ ਧਰਮ ਤਬਦੀਲ ਹੋਣ ਲੱਗ ਪਿਆ। ਤੁਸੀਂ ਆ ਮੂਵੀ ਵੀ ਦੇਖੀ ਹੋਣੀ ਹੈ ਜਿਹੜੀ ਫੋਰੈਸਟ ਗੰਪ ਦੇ ਨਾਂ ਤੇ ਬਣੀ ਸੀ ਆਮਿਰ ਖਾਨ ਦੀ, ਉਹਦੇ ਵਿੱਚ ਉਹਦੀ ਮਾਂ ਨੇ ਉਹਦੇ ਕੇਸ ਵੱਢਤੇ ਸੀਗੇ, ਕਤਲ ਕਰਤੇ ਸੀਗੇ ਬਤੌਰ ਸਿੱਖ ਹੁੰਦੇ ਹੋਏ ਕਿ ਤੈਨੂੰ ਮਾਰ ਦੇਣਗੇ। ਹੁਣ ਧਰਮ ਤਬਦੀਲੀ ਉਹ ਜੇ ਨਹੀਂ ਹੈਗੀ ਫਿਰ ਹੈ ਕੀ ਧਰਮ ਤਬਦੀਲੀ? ਸਿੱਖਾਂ ਦੀ ਧਰਮ ਤਬਦੀਲੀ ਇਸ ਦੇਸ਼ ਨੇ ਕੀਤੀ ਹੈ, ਆਪਣੇ ਕਾਨੂੰਨ 'ਚ ਸੰਵਿਧਾਨ 'ਚ ਲਿਖਤਾ ਹੈ ਕਿ ਸਿੱਖ ਹਿੰਦੂ ਹੈ, ਔਰ ਸਾਨੂੰ ਖਤਮ ਕਰਨ ਦਾ ਹਰੇਕ ਯਤਨ ਕੀਤਾ ਹੈਗਾ। ਤੇ ਸਾਨੂੰ ਕਹਿੰਦੇ ਆ ਕਿ ਤੁਸੀਂ ਆਪ ਦਾ ਧਰਮ ਬਚਾ ਨਹੀਂ ਸਕੇ ਹੈਗੇ, ਤੁਹਾਡੇ ਧਰਮ 'ਚ ਤਬਦੀਲੀਆਂ, ਜਦ ਤੁਸੀਂ ਜ਼ਬਰ ਕਰਕੇ ਕਰਾ ਰਹੇ ਹੋ। ਤੁਸੀਂ ਜਿਹੜੇ ਉਹ ਮੁਗਲ ਸੀਗੇ ਉਹਨਾਂ ਤੋਂ ਘੱਟ ਕੰਮ ਕੀ ਕੀਤਾ ਹੈਗਾ? ਜੇ ਸਾਡੇ ਉਸ ਸਮੇਂ ਦੇ ਵਿੱਚ ਬੁੱਚੜਬਾਜੀ ਕਰਕੇ ਬੰਦਾ ਸਿੰਘ ਬਹਾਦਰ ਦੇ ਮੁੰਡੇ ਅਜੇ ਸਿੰਘ ਦਾ ਹਿਰਦਾ ਕੱਟ ਕੇ ਉਹਦੇ ਮੂੰਹ 'ਚ ਤੁੰਨਤਾ ਸੀਗਾ ਤੇ ਸਿੱਖ ਖਿੰਡ ਗਏ ਸੀ, ਮਿਸਲ ਸਾਰੀਆਂ ਖਤਮ ਹੋ ਗਈਆਂ ਸੀ, ਸਭ ਕੁਝ ਖਤਮ ਹੋ ਗਿਆ ਸੀਗਾ, ਤੇ ਭਾਰਤ ਨੇ ਵੀ ਉਹੀ ਜ਼ਬਰ ਕਰਕੇ ਸਿੱਖੀ ਦੇ ਉੱਤੇ ਉਹੀ ਹਮਲਾ ਕਰਕੇ ਸਾਡਾ ਧਰਮ ਤਬਦੀਲ ਕੀਤਾ ਗਿਆ ਹੈਗਾ। ਆਪਾਂ ਕਹਿੰਦੇ ਹਾਂ ਧਰਮ ਕਿਉਂ ਤਬਦੀਲ ਕਰਦੇ ਹਾਂ? ਕਿਉਂਕਿ ਸਟੇਟ ਨੇ ਇਹਨਾਂ ਬੁੱਚੜਬਾਜੀ ਕਰਤੀ ਹੈਗੀ ਹੈ। ਸੋ ਇਹ ਸਭ ਤੋਂ ਜ਼ਿਆਦਾ ਧਰਮ ਤਬਦੀਲੀ ਗਵਰਨਮੈਂਟ ਆਫ ਇੰਡੀਆ, ਸਟੇਟ ਆਫ ਇੰਡੀਆ ਇਹਨਾਂ ਨੇ ਸਾਡੀ ਕੀਤੀ ਹੈਗੀ ਹੈ। ਤੇ ਆਪਾਂ ਨੂੰ ਹੁਣ ਮੁੜ ਕੇ ਆਪਣੀ ਜਮਹੂਰੀਅਤ ਸੰਸਥਾਵਾਂ ਜੀਵਿਤ ਕਰਕੇ, ਸਭ ਤੋਂ ਪਹਿਲੀ ਜਮਹੂਰੀਅਤ ਸੰਸਥਾ SGPC ਨੂੰ ਉਹਦੇ ਵਿੱਚ ਨਵਾਂ ਰੂਹ ਲਿਆ ਕੇ, ਚੋਣਾਂ ਕਰਾ ਕੇ, ਉਹਨੂੰ ਬਾਰ-ਬਾਰ ਚੋਣਾਂ 'ਤੇ ਲੈ ਕੇ ਉਹ ਵਾਪਸ ਗੁਰੂ ਘਰ ਦਾ ਵਸਨੀਕ ਕਰਨਾ ਚਾਹੀਦਾ, ਜਿਹਦੇ ਨਾਲ ਆਪਾਂ ਆਪਣੇ ਸਾਰੇ ਗੁਰਸਿੱਖਾਂ ਨੂੰ ਇੱਕ ਆਸਰਾ ਦਈਏ, ਉਹਨਾਂ ਨੂੰ ਤੋਰੀਏ, ਉਹ ਕਮਿਊਨਿਟੀ 'ਚ ਬਣੀਏ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਬਣਾਇਆ ਸੀਗਾ। ਸੋ ਇਹ ਹੁਣ ਸਾਡੀ ਮਿਸ਼ਨ ਹੈ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਇਸੇ ਤਰ੍ਹਾਂ ਦੀ ਹੋਰ ਵੀ ਡਿਸਕਸ਼ਨਸ ਲੈ ਕੇ ਆਉਂਦੇ ਰਵਾਂਗੇ ਜੋ ਲੋਕਾਂ ਲਈ ਜ਼ਰੂਰੀ ਨੇ, ਜੋ ਆਮ ਲੋਕਾਂ ਨਾਲ ਜੁੜੀਆਂ ਨੇ। ਤੁਸੀਂ ਦੇਖਦੇ ਰਹੋ ਪੰਜਾਬ ਟੂਡੇ। ਸਤਿ ਸ਼੍ਰੀ ਅਕਾਲ।